हाँ जी दोस्तों, सत श्री अकाल जी। मैं रमनदीप सिंह एक बार फिर हाजिर हाँ ਤੁਹਾਡੀ अपने चैनल रमन इंस्टीट्यूट से ਅਤੇ ਸਵਾਗਤ ਕਰਦੇ ਹਾਂ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 10 ਜਿਹੜਾ ਹੈਗਾ ਹਰੱਪਾ ਸਿਵਲਾਈਜੇਸ਼ਨ ਬਾਰੇ ਪੜ੍ਹਾਂਗੇ। 6th ਕਲਾਸ ਦਾ ਪੰਜਾਬ ਬੋਰਡ ਦੀ ਸੋਸ਼ਲ ਸਟੱਡੀ ਦੇ ਹਿਸਟਰੀ ਦਾ ਇਹ ਚੈਪਟਰ ਹੈਗਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਦੇ ਪਹਿਲੀ ਵਾਰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅਸੀਂ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ 6th ਕਲਾਸ ਤੋਂ ਲੈ ਕੇ 12th ਕਲਾਸ ਦੇ ਜਿਹੜੀ ਸੋਸ਼ਲ ਸਟੱਡੀ ਦੇ ਟੌਪਿਕ ਨੇ ਚੈਪਟਰ ਵਾਈਜ਼ ਅਸੀਂ ਡਿਸਕਸ ਕਰਾਂਗੇ ਤਾਂ ਜੋ ਤੁਸੀਂ ਬੇਸ ਜਿਹੜਾ ਚੰਗੀ ਤਰ੍ਹਾਂ ਸਮਝ ਸਕੋ ਅਤੇ ਇੱਕ ਵਧੀਆ ਤਰੀਕੇ ਨਾਲ ਚਾਹੇ ਉਹ ਮਾਸਟਰ ਕੈਡਰ ਹੋਵੇ, ਚਾਹੇ PS ਟੈਟ ਹੋਵੇ, ਚਾਹੇ ਕੋਈ ਹੋਰ ਕੰਪੀਟੀਸ਼ਨ ਐਗਜ਼ਾਮ ਉਹਦੇ ਲਈ ਤੁਸੀਂ ਜਿਹੜੀ ਚੰਗੀ ਜਿਹੜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਿਹੜੀ ਸ਼ੁਰੂਆਤ ਦੀ ਇੱਕ ਚੰਗੀ ਪ੍ਰੀਪਰੇਸ਼ਨ ਉਹ ਕਰ ਸਕੋ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈ ਹੜੱਪਾ ਸਭਿਅਤਾ, ਜਿਹੜਾ ਕਿ 3000 ਈਸਵੀ ਪੂਰਵ ਤੋਂ ਲੈ ਕੇ 1900 ਈਸਾ ਪੂਰਵ ਤੱਕ ਦਾ ਸਮਾਂ ਰਿਹਾ ਹੈਗਾ। ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਇੰਟਰੋਡਕਸ਼ਨ। About 7,000 years ago, there rose a great urban civilization in the northwestern part of Indian subcontinent, roughly covering the area between the river Indus and the ancient Saraswati, modern Gaga River. It includes present-day Pakistan, Punjab, Haryana, Rajasthan, Gujarat, and some portions of western UP and southern Afghanistan. This was the biggest amongst the ancient civilization as far as the area covered is concerned. It was about 20 times bigger than the Egyptian civilization. ਸੋ ਹੜੱਪਾ ਸੱਭਿਅਤਾ ਜਿਹੜੀ ਇੱਕ ਬਹੁਤ ਹੀ ਪ੍ਰਸਿੱਧ ਸੱਭਿਅਤਾ ਹੈਗੀ ਆ, ਵਿਕਸਿਤ ਸੱਭਿਅਤਾ ਮੰਨੀ ਜਾਂਦੀ ਹੈ ਦੁਨੀਆ ਦੀ। ਸੋ ਹੜੱਪਾ ਸੱਭਿਅਤਾ ਜਿਹੜੀ ਉਹ ਤਕਰੀਬਨ 7000 ਸਾਲ ਪਹਿਲਾਂ ਇੱਕ ਸ਼ਹਿਰੀ ਸੱਭਿਅਤਾ ਮੰਨੀ ਜਾਂਦੀ ਸੀਗੀ 7000 ਸਾਲ ਪਹਿਲਾਂ। ਔਰ ਇਹ ਸਿਵਲਾਈਜੇਸ਼ਨ ਸੀਗੀ ਜਿਹੜੀ ਨਾਰਥ ਵੈਸਟਰਨ ਪਾਰਟ ਦੇ ਵਿੱਚ ਪਾਈ ਜਾਂਦੀ ਸੀ ਇੰਡੀਅਨ ਸਬ ਕੰਟੀਨੈਂਟ ਦੇ। ਇੰਡੀਆ ਮਹਾਂਦੀਪ ਦੇ ਜਿਹੜੇ ਨਾਰਥ ਵਾਲਾ ਅਤੇ ਵੈਸਟਰਨ ਪਾਰਟ ਹੈਗਾ ਗਾ ਉਸ ਏਰੀਏ ਦੇ ਵਿੱਚ ਇਹ ਪਾਈ ਜਾਂਦੀ ਸੀਗੀ। ਇਸ ਏਰੀਏ ਦੇ ਅੰਡਰ ਰਿਵਰ ਇੰਡਸ ਆਉਂਦੀ ਸੀਗੀ ਔਰ ਇਨਸੈਂਟ ਪ੍ਰਾਚੀਨ ਸਮੇਂ ਦੇ ਵਿੱਚ ਇਸ ਨਦੀ ਨੂੰ ਕੀ ਲਿਖਿਆ ਜਾਂਦਾ ਜਿਹੜਾ ਇੰਡਸ ਰਿਵਰ ਤੋਂ ਲੈ ਕੇ ਇਨਸੈਂਟ ਸਰਸਵਤੀ ਜਿਹੜੀ ਸਰਸਵਤੀ ਰਿਵਰ ਸੀ ਉੱਥੋਂ ਤੱਕ ਇਹ ਫੈਲਿਆ ਹੋਇਆ ਸੀਗਾ, ਇੰਡਸ ਰਿਵਰ ਤੋਂ ਲੈ ਕੇ ਸਰਸਵਤੀ। ਔਰ ਸਰਸਵਤੀ ਜਿਹੜੀ ਰਿਵਰ ਹੈਗੀ ਆ ਇਹਨੂੰ ਪ੍ਰੈਜ਼ੈਂਟ ਟਾਈਮ ਦੇ ਵਿੱਚ ਮਾਡਰਨ ਟਾਈਮ ਦੇ ਵਿੱਚ ਗਾਗਰ ਰਿਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਜਿਹਨੂੰ ਘੱਗਰ ਨਦੀ ਕਿਹਾ ਜਾਂਦਾ ਹੈਗਾ। ਇਹ ਇਨਕਲੂਡ ਪ੍ਰੈਜ਼ੈਂਟ ਡੇ ਇਸ ਅੱਜ ਦੇ ਸਮੇਂ ਦੇ ਵਿੱਚ ਇਹ ਪਾਕਿਸਤਾਨ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਜਿਹੜੇ ਪੱਛਮੀ ਪਾਰਟ ਨੇਗੇ ਯੂਪੀ ਦੇ, ਉੱਤਰ ਪ੍ਰਦੇਸ਼ ਦੇ ਅਤੇ ਸਾਊਥ ਯਾਨੀ ਕਿ ਦੱਖਣੀ ਪਾਰਟ ਜਿਹੜਾ ਪਾਕਿਸਤਾਨ ਦਾ ਹੈਗਾ ਉਸ ਨੂੰ ਇਹ ਕਵਰ ਕਰਦੀ ਹੈ। ਉਹ ਸਾਰਾ ਏਰੀਆ ਇੰਡਸ ਸਿਵਲਾਈਜੇਸ਼ਨ ਦੇ ਵਿੱਚ ਜਾਂ ਹੜੱਪਾ ਸੱਭਿਅਤਾ ਦੇ ਅੰਡਰ ਆਉਂਦਾ ਸੀਗਾ। This was biggest amongst the ancient civilization as far the area covered is concerned. It was 20 times bigger than Egyptian civilization. ਸੋ ਜਿਹੜੀ ਹੜੱਪਾ ਸੱਭਿਅਤਾ ਸੀਗੀ ਇਹ ਤਕਰੀਬਨ 20 ਗੁਣਾ ਮਿਸਰ ਦੀ ਸੱਭਿਅਤਾ ਦੇ ਨਾਲੋਂ ਇਜਿਪਟੀਅਨ ਸਿਵਲਾਈਜੇਸ਼ਨ ਦੇ ਨਾਲੋਂ ਵੱਡੀ ਸੀਗੀ, ਜਾਣੀ ਕਿ ਦੁਨੀਆ ਦੀ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਵੱਡੀ ਸੱਭਿਅਤਾ ਜਿਹੜੀ ਮੰਨੀ ਜਾਂਦੀ ਹੈ ਉਹ ਹੜੱਪਾ ਸੱਭਿਅਤਾ ਹੈ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਹੜੱਪਾ ਸੱਭਿਅਤਾ ਇੱਕ ਵਿਕਸਿਤ ਸੱਭਿਅਤਾ ਸੀਗੀ ਬਹੁਤ ਹੀ ਜ਼ਿਆਦਾ। ਔਰ ਜਿਹੜਾ ਸ਼ਹਿਰੀ ਜੀਵਨ ਸੀਗਾ ਉਹ ਸਭ ਤੋਂ ਪਹਿਲਾਂ ਜਿਹੜਾ ਹੜੱਪਾ ਸੱਭਿਅਤਾ ਦੇ ਵਿੱਚ ਹੀ ਵਿਕਸਿਤ ਹੋਇਆ ਸੀਗਾ। The earliest civilization all over the world grew along the banks of river because these rivers valleys were very fertile. ਸੋ ਜਿਹੜੀਆਂ ਸ਼ੁਰੂਆਤ ਦੇ ਵਿੱਚ ਅਸੀਂ ਕਹੀਏ ਜਾਂ ਪ੍ਰਾਚੀਨ ਜਿਹੜੀਆਂ ਸੱਭਿਅਤਾਵਾਂ ਦੀ ਗੱਲ ਕਰੀਏ, ਮੁੱਢਲੀਆਂ ਸੱਭਿਅਤਾਵਾਂ ਦੀ ਗੱਲ ਕਰੀਏ, ਉਹਨਾਂ ਨੇ ਜਿਹੜਾ ਪ੍ਰਫੁੱਲਤ ਹੋਣ ਜਿਹੜਾ ਸੀਗਾ ਉਹ ਰਿਵਰ ਬੈਂਕਸ ਦੇ ਉੱਪਰ ਸੀਗਾ, ਯਾਨੀ ਕਿ ਰਿਵਰ ਵੈਲੀਆਂ ਸੀ ਜਿਹੜੀਆਂ ਉੱਥੇ ਹੀ ਪਾਈਆਂ ਜਾਂਦੀਆਂ ਸੀ, ਕਿਉਂਕਿ ਜਿਹੜੀਆਂ ਇਹ ਨਦੀ ਵੈਲੀਆਂ ਸੀਗੀਆਂ, ਰਿਵਰ ਵੈਲੀ ਸੀਗੀਆਂ, ਇਹ ਬਹੁਤ ਹੀ ਜ਼ਿਆਦਾ ਫਰਟਾਈਲ ਹੁੰਦੀਆਂ ਸੀ, ਜਿਸ ਕਰਕੇ ਉੱਥੇ ਪਾਣੀ ਦੀ ਘਾਟ ਵੀ ਪੂਰੀ ਹੋ ਜਾਂਦੀ ਸੀ ਅਤੇ ਐਗਰੀਕਲਚਰ ਕਰਨ ਦੇ ਲਈ ਵੀ ਉਹਨਾਂ ਨੂੰ ਚੰਗਾ ਜਿਹੜਾ ਸੋਰਸ ਮਿਲ ਜਾਂਦਾ ਸੀ। ਦਾ ਇਨਹੈਬੀਟੇਸ਼ਨ ਕੁਡ ਗੈਟ ਰੈਗੂਲਰ ਸਪਲਾਈ ਆਫ ਵਾਟਰ।
ਸੋ ਇਹ ਉੱਥੋਂ ਦੇ ਵਸਨੀਕਾਂ ਨੂੰ ਲਈ ਹਮੇਸ਼ਾ ਦੇ ਲਈ ਜਿਹੜਾ ਨਿਸ਼ਚਿਤ ਰੂਪ ਦੇ ਵਿੱਚ ਹਰ ਰੋਜ਼ ਜਿਹੜਾ ਉਹਨਾਂ ਨੂੰ ਪਾਣੀ ਵੀ ਪ੍ਰੋਵਾਈਡ ਕਰਦੇ ਸੀ, ਜਿਹਦੇ ਕਰਕੇ ਉਹਨਾਂ ਦਾ ਜਿਹੜਾ ਜੀਵਨ ਉਹ ਸੁਖਾਲਾ ਹੁੰਦਾ ਸੀ। ਰਿਵਰ ਆਲਸੋ ਹੈਲਪਡ ਐਜ਼ ਮੀਨ ਇਜ਼ ਟਰਾਂਸਪੋਰਟ ਦਾ ਕੰਮ ਵੀ ਜਿਹੜੇ ਇੱਥੇ ਰਿਵਰ ਕਰਦੀ ਸੀਗੀ, ਜਾਣੀ ਕਿ ਹੜੱਪਾ ਸੱਭਿਅਤਾ ਦੀ ਜਿਹੜੀ ਜਾਂ ਹੋਰ ਸਿਵਲਾਈਜੇਸ਼ਨ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਸੀ, ਉਹ ਸਾਰੀਆਂ ਰਿਵਰ ਦੇ ਕਿਨਾਰੇ ਹੀ ਹੁੰਦੀਆਂ ਸੀਗੀਆਂ, ਜਿਹਦੇ ਕਰਕੇ ਉਹ ਫਰੀਲੀ, ਠੀਕ ਹੈ, ਮੀਨਸ ਆਫ ਟਰਾਂਸਪੋਰਟੇਸ਼ਨ ਦਾ ਰੂਲ ਜਿਹੜਾ ਫੋਲੋ ਕਰ ਸਕਦਾ ਸੀ। ਇੱਕ ਥਾਂ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦਾ ਸੀਗਾ, ਪਾਣੀ ਉਹਨਾਂ ਨੂੰ ਪੀਣ ਦੇ ਲਈ ਮਿਲ ਜਾਂਦਾ ਸੀਗਾ। Men could move about freely from place to another place, also move their goods and long distance. ਸੋ ਇਸ ਸਮੇਂ ਦੇ ਵਿੱਚ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕੋਈ ਟੈਕਸ ਨਹੀਂ ਹੁੰਦਾ ਸੀ, ਬਿਲਕੁਲ ਫਰੀ ਜਿਹੜੇ ਲੋਕ ਇੱਕ ਥਾਂ ਤੋਂ ਦੂਸਰੀ ਜਗ੍ਹਾ ਮੂਵ ਕਰ ਦਿੰਦੇ ਸੀਗੇ ਪਾਣੀ ਦੇ ਥਰੂ, ਠੀਕ ਹੈ, ਔਰ ਲੌਂਗ ਜਿਹੜਾ ਡਿਸਟੈਂਸ ਉਹ ਤੈਅ ਕਰ ਲੈਂਦੇ ਸੀਗੇ। ਇੱਕ ਥਾਂ ਤੋਂ ਉਹ ਆਪਣੀਆਂ ਜਿਹੜੀਆਂ ਵਸਤੂਆਂ ਨੂੰ ਵੀ ਮੂਵ ਕਰਦੇ ਸੀ ਅਤੇ ਆਪ ਵੀ ਇੱਕ ਥਾਂ ਤੋਂ ਦੂਸਰੀ ਜਗ੍ਹਾ 'ਤੇ ਉਹ ਇਸੇ ਥਰੂ ਜਾਂਦੇ ਸੀਗੇ। ਫੋਰ ਮੇਨ ਸੈਂਟਰ ਨੇਗੇ, ਠੀਕ ਆ, ਵਰਡ ਦੇ ਅਰਲਾਈਜ਼ਡ ਸਿਵਲਾਈਜੇਸ਼ਨ, ਜਾਣੀ ਕਿ ਜਿਹੜੀਆਂ ਪ੍ਰਾਚੀਨ ਸੱਭਿਅਤਾਵਾਂ ਨੇ ਉਹਨਾਂ ਦੇ ਪ੍ਰਮੁੱਖ 4 ਕੇਂਦਰ ਰਹੇ ਨੇਗੇ। ਬਹੁਤ ਵਾਰ ਕੁਐਸਚਨ ਆ ਜਾਂਦਾ ਹੈ ਕਿ ਕਿਹੜੀਆਂ ਸੱਭਿਅਤਾਵਾਂ ਹੁੰਦੀਆਂ ਨੇ, ਇਹ ਸਟੱਡੀ ਦੇ ਵਿੱਚ ਵੀ ਆਇਆ, ਮਾਸਟਰ ਦੇ ਵਿੱਚ ਵੀ। ਸੋ ਫਸਟ ਜਿਹੜਾ ਹੁੰਦਾ ਦਾ ਵੈਲੀ ਆਫ ਰਿਵਰ ਨੀਲ, ਸੋ ਇਹਨੂੰ ਇਜਿਪਟ ਸਿਵਲਾਈਜੇਸ਼ਨ ਕਹਿੰਦੇ ਆ, ਜਿਹੜਾ ਕਿ ਰਿਵਰ ਵੈਲੀ ਦੇ ਕਿਨਾਰੇ ਉੱਪਰ ਬਣਿਆ ਹੋਇਆ ਸੀਗਾ, ਸੱਭਿਅਤਾ ਵਿਕਸਿਤ ਹੋਈ ਸੀਗੀ। ਦੂਸਰੀ ਹੁੰਦਾ ਦਾ ਵੈਲਿਊ ਆਫ ਰਿਵਰ ਟਾਈਗ੍ਰਿਸ ਐਂਡ ਯੂਫਰੇਟਸ, ਇਹਨੂੰ ਮੈਸੋਪੋਟਾਮੀਆ ਦੀ ਸੱਭਿਅਤਾ ਕਹਿ ਦਿੰਦੇ ਨੇਗੇ, ਜਿਹੜੀ ਕਿ ਟਾਈਗ੍ਰਿਸ ਔਰ ਯੂਫਰੇਟਸ ਰਿਵਰ ਦੇ ਕਿਨਾਰੇ ਸੀਗੀ। ਨੈਕਸਟ ਥਰਡ ਆ ਜਾਂਦੀ ਹੈ ਦਾ ਵੈਲੀ ਆਫ ਰਿਵਰ ਇੰਡਸ, ਜਿਹਨੂੰ ਇੰਡਸ ਵੈਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਇੰਡਸ ਸਿਵਲਾਈਜੇਸ਼ਨ ਵੀ ਕਹਿ ਦਿੰਦੇ ਨੇ ਔਰ ਹੜੱਪਾ ਸੱਭਿਅਤਾ ਵੀ ਕਹਿ ਦਿੰਦੇ ਨੇ। ਨੈਕਸਟ ਆਉਂਦਾ 4th ਨੰਬਰ ਦਾ ਵੈਲਿਊ ਆਫ ਰਿਵਰ ਹਵਾਂਗ ਹੋ ਐਂਡ ਯੰਗਸਟਨ, ਇਹ ਚਾਈਨਾ ਦੀ ਸੱਭਿਅਤਾ ਹੈਗਾ, ਜਿਹਨੂੰ ਚੀਨ ਸੱਭਿਅਤਾ ਕਿਹਾ ਜਾਂਦਾ ਹੈਗਾ। ਸੋ ਇਹ 4 ਸੱਭਿਅਤਾਵਾਂ ਨੇਗੀਆਂ ਪੂਰੇ ਵਿਸ਼ਵ ਦੇ ਵਿੱਚ, ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਮੰਨੀਆਂ ਪ੍ਰਮੰਨੀਆਂ ਗਈਆਂ ਨੇ, ਜਿਨ੍ਹਾਂ ਦਾ ਪੂਰੇ ਵਿਸ਼ਵ ਦੇ ਵਿੱਚ ਨਾਮ ਚੱਲਦਾ ਹੈਗਾ, ਜਿਨ੍ਹਾਂ ਤੋਂ ਪ੍ਰਾਚੀਨ ਮਨੁੱਖ ਦੀ ਜਾਂ ਇੱਕ ਚੰਗੇ ਤਰੀਕੇ ਦੀ ਡਿਵੈਲਪਡ ਸੱਭਿਅਤਾਵਾਂ ਦੇ ਵਿਕਸਿਤ ਜਾਂ ਵਿਕਾਸ ਹੋਣਾ ਸ਼ੁਰੂ ਹੋਇਆ ਹੈਗਾ। ਨੈਕਸਟ ਆਉਂਦਾ ਹੈ known by several names such as the Indus civilizations, Indus Saraswati civilization and Harappa civilization. It reached the height of development around 3000 BC for about the ਸੋ ਜਿਹੜੀ ਇੰਡਸ ਸਿਵਲਾਈਜੇਸ਼ਨ ਹੈ ਜਾਂ ਹੜੱਪਾ ਸੱਭਿਅਤਾ ਹੈਗੀ, ਇਸ ਨੂੰ ਕਾਫੀ ਜਿਹੜੇ ਨਾਮ ਨੇ ਉਹਨਾਂ ਦੇ ਨਾਲ ਜਿਹੜਾ ਪੁਕਾਰਿਆ ਜਾਂਦਾ ਹੈ, ਜਿਵੇਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਹੋ ਜਾਂਦਾ ਹੈਗਾ, ਇੰਡਸ ਸਰਸਵਤੀ ਸਿਵਲਾਈਜੇਸ਼ਨ ਹੋ ਜਾਂਦਾ ਹੈ, ਦਾ ਹੜੱਪਾ ਸਿਵਲਾਈਜੇਸ਼ਨ ਹੋ ਜਾਂਦਾ ਹੈਗਾ। ਸੋ ਇਹਨਾਂ ਨਾਮਾਂ ਦੇ ਨਾਲ ਇਸ ਨੂੰ ਕੀ ਹੈ ਪੁਕਾਰਿਆ ਜਾਂਦਾ ਹੈ। ਔਰ ਲਗਭਗ 3000 ਸਾਲ ਪਹਿਲਾਂ, ਲਗਭਗ 3000 BC ਯਾਨੀ ਕਿ ਈਸਵੀ ਪੂਰਵ ਦੇ ਵਿੱਚ ਜਿਹੜੀ ਇਹ ਸੱਭਿਅਤਾ ਸੀਗੀ ਉਹ ਪੂਰੇ ਆਪਣੇ ਸਿਖਰਾਂ ਦੇ ਉੱਪਰ ਸੀ, ਪੂਰੀ ਡਿਵੈਲਪਮੈਂਟ ਇੱਥੇ ਹੋਈ ਸੀਗੀ। ਫॉर ਅਬਾਊਟ 1000 ਈਅਰ ਇਟ ਵਾਜ਼ ਏ ਫਲੋਰਿਸ਼ਿੰਗ ਸਿਵਲਾਈਜੇਸ਼ਨ, ਲਗਭਗ 1000 ਸਾਲ ਤੱਕ ਇਹ ਸੱਭਿਅਤਾ ਦਾ ਜਿਹੜਾ ਵਿਕਾਸ ਆ ਉਹ ਹੁੰਦਾ ਰਿਹਾ ਹੈਗਾ, ਠੀਕ ਹੈ, ਕੰਟੀਨਿਊ ਹੁੰਦਾ ਰਿਹਾ ਹੈਗਾ। ਵਿਦ ਦ ਡਰਾਇੰਗ ਅਪ ਆਫ ਦਾ ਰਿਵਰ ਸਰਸਵਤੀ ਇਨ 1900 BC, its decline started when people seem to have migrated to the Gangetic plain of northern India. ਸੋ 1900 ਈਸਵੀ ਪੂਰਵ ਦੇ ਵਿੱਚ ਜਿਹੜਾ ਲਗਭਗ ਸਰਸਵਤੀ ਨਦੀ ਦੇ ਜਿਹੜੇ ਸੁੱਕ ਜਾਣ ਕਰਕੇ, ਜਾਣੀ ਕਿ ਉਹ ਸੁੱਕ ਗਈ ਸੀ ਸਰਸਵਤੀ ਜਿਹੜੀ ਨਦੀ ਸੀਗੀ, ਠੀਕ ਹੈ, ਜਿਹਦੇ ਕਰਕੇ ਇਹਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਇੱਥੋਂ ਦੇ ਲੋਕ ਸੀਗੇ ਜਿਹੜੇ ਉਹ ਕੀ ਹੋ ਗਏ ਸੀ, ਉੱਤਰੀ ਭਾਰਤ ਦੇ ਵਿੱਚ ਜਿਹੜਾ ਗੰਗਾ ਦੇ ਜਿਹੜੇ ਪਲੈਨ ਸੀਗੇ, ਨਦਨ ਪਲੈਨ ਸੀਗੇ ਜਿਹੜੇ, ਉੱਥੇ ਜਾ ਕੇ ਰਹਿਣ ਲੱਗ ਪਏ ਸੀਗੇ ਮੈਦਾਨੀ ਏਰੀਏ ਦੇ ਵਿੱਚ। This civilization named to light with the discovery of Harappa, located in the Montgomery district of Punjab, and Mohenjo-daro in Larkana district of Sindh in Pakistan 1921 and 22। ਸੋ ਜਿਹੜੇ 1921 ਜਾਂ 22 ਈਸਵੀ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਮਿੰਟਗੋਮਰੀ ਜਿਹੜਾ ਜ਼ਿਲ੍ਹਾ ਸੀਗਾ, ਠੀਕ ਹੈ, ਪਾਕਿਸਤਾਨ ਦੇ ਧਿਆਨ ਰੱਖਣਾ ਹੈ, ਪਾਕਿਸਤਾਨ ਦੇ ਜਿਹੜਾ ਪੰਜਾਬ ਸੀ ਉਸਦੇ ਮਿੰਟਗੋਮਰੀ ਜ਼ਿਲ੍ਹੇ ਦੇ ਵਿੱਚ, ਔਰ ਮੋਹਨਜੋ-ਦਾਰੋ ਸੀਗਾ ਜਿਹੜਾ ਲਰਕਾਨਾ ਡਿਸਟ੍ਰਿਕਟ ਦੇ ਵਿੱਚ ਸੀਗਾ, ਸਿੰਧ ਡਿਸਟ੍ਰਿਕਟ ਆਫ ਸਿੰਧ ਸੀਗੀ ਜਿਹੜੀ ਕਿ ਪਾਕਿਸਤਾਨ ਦੇ ਵਿੱਚ 1921 ਤੇ 22 ਦੇ ਵਿੱਚ ਇਸ ਨੂੰ ਖੋਜਿਆ ਗਿਆ ਸੀ। 2 ਸਥਾਨਾਂ ਨੂੰ ਸਭ ਤੋਂ ਪਹਿਲੇ ਸੀਗੇ ਜਿਹੜੇ ਮੋਹਨਜੋ-ਦਾਰੋ ਅਤੇ ਮਿੰਟਗੋਮਰੀ ਜਿਹੜੀ ਡਿਸਟ੍ਰਿਕਟ ਹੈਗੀ ਉਹਦੀ ਪੰਜਾਬ ਦੇ ਵਿੱਚ ਆ ਜਾਂਦੀ ਹੈਗੀ, ਠੀਕ ਹੈ, ਹੜੱਪਾ ਨਾਂ ਦੇ ਸਥਾਨ ਦੇ ਉੱਪਰ, ਠੀਕ ਹੈ। ਔਰ ਮੋਹਨਜੋ-ਦਾਰੋ ਸੀਗੀ ਜਿਹੜੀ ਉਹ ਲਲਕਾਨਾ ਡਿਸਟ੍ਰਿਕਟ ਦੇ ਵਿੱਚ ਸੀਗੀ, ਠੀਕ ਹੈ, ਡਿਸਟ੍ਰਿਕਟ ਆਫ ਸਿੰਧ ਔਰ ਪਾਕਿਸਤਾਨ ਦੇ ਵਿੱਚ ਇਹ ਆ ਜਾਂਦੀ ਹੈਗੀ। ਇਹ 1921 ਤੇ 22 ਦੇ ਵਿੱਚ ਜਿਹੜੇ ਖੋਜੀ ਗਏ ਸੀਗੇ। ਆਫਟਰਵਰਡ ਮੈਨੀ ਮੋਰ ਸਿਟੀਜ਼ ਲਾਈਕ
चौहंदरो इन सिंध, कालीबंगा इन राजस्थान, मिथाल, बनावाली, कुनाल, राखीगढ़ी इन हरियाणा, लोथल, रागपुर, धौलवीरा, गुजरात वर आल्सो डिस्कवर्ड। सो इस तो बाद ਜਿਹੜੀਆਂ ਬਹੁਤ ਸਾਰੀਆਂ ਹੋਰ ਸਿਵਲਾਈਜੇਸ਼ਨਾਂ ਵੀ ਜਿਹੜੀਆਂ ਇਸ ਹੜੱਪਾ ਸੱਭਿਅਤਾ ਦੇ ਨਾਲ ਸੰਬੰਧਿਤ ਸੀ ਉਹ ਲੱਭਣ ਗਈਆਂ। ਸ਼ੁਰੂਆਤ ਦੇ ਵਿੱਚ ਹੜੱਪਾ ਸੀਗੀ ਔਰ ਮੋਹਨਜੋਦੜੋ ਸੀਗੀ, ਠੀਕ ਹੈ। ਇਹਨਾਂ ਦੀ ਸ਼ੁਰੂਆਤ 1921-22 ਦੇ ਵਿੱਚ ਹੋਈ ਸੀਗੀ। ਫਿਰ ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਹੋਰ ਬਹੁਤ ਸਾਰੇ ਸਥਾਨ ਜਿਹੜੇ ਨਿਕਲ ਆਏ ਸੀਗੇ ਜਿਨ੍ਹਾਂ ਨੂੰ ਅੱਗੇ ਹੋਰ ਖੋਜਿਆ ਸੀ। ਔਰ ਪੰਜਾਬ ਦੇ ਵਿੱਚ ਕੀ ਸੀਗਾ, ਸੰਘੋਲ ਜਿਹੜਾ ਕਿ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ, ਬਾੜਾ ਹੋ ਜਾਂਦਾ ਹੈ। ਔਰ ਕੋਟਲਾ ਹਿੰਖਾਂ ਜਿਹੜਾ ਕਿ ਰੂਪਨਗਰ ਦੇ ਵਿੱਚ ਆਉਂਦਾ ਹੈ। ਰੋਹੀਰਾ ਜਿਹੜਾ ਸੰਗਰੂਰ ਦੇ ਵਿੱਚ ਆਉਂਦਾ ਹੈ। ਇਹ ਇੰਪੋਰਟੈਂਟ ਰਿਮੇਨਸ ਆਫ ਦਾ ਦਿਸ ਸਿਵਲਾਈਜੇਸ਼ਨ। ਸੋ ਇਹ ਪੰਜਾਬ ਦੇ ਵਿੱਚ ਨੇ। ਸੰਘੋਲ ਹੋ ਗਿਆ, ਬਾਰਾ ਕੋਟਲਾ ਹਿੰਖਾਂ ਰੂਪਨਗਰ ਦੇ ਵਿੱਚ ਆਉਂਦਾ ਹੈ। ਰੋਹੀਰਾ ਜਿਹੜਾ ਆਉਂਦਾ ਉਹ ਸੰਗਰੂਰ ਦੇ ਵਿੱਚ ਆਉਂਦਾ ਹੈ। ਸੋ ਹੜੱਪਾ ਸਿਵਲਾਈਜੇਸ਼ਨ ਇਨ ਪੰਜਾਬ। ਸੋ ਪੰਜਾਬ ਦੇ ਵਿੱਚ ਜਿਹੜੀ ਹੜੱਪਾ ਸੱਭਿਅਤਾ ਸੀਗੀ ਉਸ ਦੇ ਬਾਰੇ। ਹੜੱਪਾ civilization in Punjab, archaeological department of Punjab doing excavations have found such place which belong to the Harappa civilization. A brief account of these place in given us under. ਸੋ ਬਹੁਤ ਸਾਰੇ ਜਿਹੜੇ ਖੋਜਾਂ ਤੋਂ ਬਾਅਦ ਪੁਰਾਤੱਤਵ ਜਿਹੜੇ ਮਾਹਿਰ ਸੀਗੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਖੋਜਾਂ ਕੀਤੀਆਂ ਜਿਸ ਤੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦੇ ਸਿੰਬਲਸ ਮਿਲੇ ਨੇ ਹੜੱਪਾ ਸਿਵਲਾਈਜੇਸ਼ਨ ਦੀ। ਫਸਟ ਆਉਂਦਾ ਹੈ ਸੰਘੋਲ। ਸੰਘੋਲ ਇਜ਼ ਸਿਟਡ ਇਨ ਲੁਧਿਆਣਾ ਡਿਸਟ੍ਰਿਕਟ। ਸੋ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹ। ਦਾ ਟਾਊਨ ਵਾਜ਼ ਐਕਸਕਿਊਟਡ ਬਾਈ SS ਤਲਵਾਰ ਐਂਡ RS ਬਿਸਤ ਇਨ 1968 ਦੇ ਵਿੱਚ ਇਸ ਨੂੰ ਖੋਜਿਆ ਸੀਗਾ। ਇਹ ਜਿਹੜਾ ਸ਼ਹਿਰ ਸੀਗਾ ਇਸ ਨੂੰ SS ਤਲਵਾਰ ਐਂਡ RS ਬਿਸਤ ਦੁਆਰਾ ਖੋਜਿਆ ਗਿਆ ਸੀਗਾ 1968 ਦੇ ਵਿੱਚ। ਵੀ ਹੈਵ ਫਾਊਂਡ ਮੈਨੀ ਅੰਟਲਸ and statues of Indus Valley civilization from here. This center had a big mound which always remained full with water. It was built to protect the city from enemies. ਸੋ ਜਿਹੜਾ ਸੰਘੋਲ ਹੈਗਾ ਇਸ ਨੂੰ ਦੋ ਵਿਅਕਤੀਆਂ ਨੇ ਜਿਹੜਾ ਖੋਜਿਆ ਸੀ, SS ਤਲਵਾਰ ਔਰ RS ਬਿਸਤ 1968 ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਔਰ ਇਸ ਸਥਾਨ ਦੇ ਵਿੱਚ ਬਹੁਤ ਸਾਰੇ ਬਰਤਨ ਜਿਹੜੇ ਮੂਰਤੀਆਂ ਮਿਲੀਆਂ ਨੇ ਅਤੇ ਇੱਕ ਵੱਡੀ ਜਿਹੜੀ ਇੱਥੇ ਖਾਈ ਮਿਲੀ ਹੈਗੀ ਠੀਕ ਹੈ, ਜੋ ਕਿ ਹਮੇਸ਼ਾ ਪਾਣੀ ਦੇ ਨਾਲ ਫੁੱਲ ਰਹਿੰਦੀ ਸੀਗੀ, ਹਮੇਸ਼ਾ ਪਾਣੀ ਉਹਦੇ ਵਿੱਚ ਰਹਿੰਦਾ ਸੀਗਾ। ਔਰ ਕਿ ਇਹ ਇਸ ਲਈ ਬਣਾਈ ਗਈ ਸੀ ਤਾਂ ਕਿ ਇਹ ਐਨਮੀ ਤੋਂ ਜਿਹੜੀ ਸਾਡੀ ਪ੍ਰੋਟੈਕਸ਼ਨ ਕਰ ਸਕੇ। ਹੜੱਪਾ ਸਿਵਲਾਈਜੇਸ਼ਨ ਦੀ ਉੱਥੋਂ ਦੇ ਲੋਕਾਂ ਨੇ। ਨੈਕਸਟ ਆਉਂਦਾ ਰੋਹੀਰਾ। ਇਹ ਪੰਜਾਬ ਦੇ ਵਿੱਚ ਹੈ। ਰੋਹੀਰਾ ਇਜ਼ ਸਿਟਡ ਇਨ ਡਿਸਟ੍ਰਿਕਟ ਸੰਗਰੂਰ। ਇਹ ਸੰਗਰੂਰ ਦੇ ਵਿੱਚ ਆ ਜਾਂਦੀ ਹੈ। ਇਟ ਵਾਜ਼ ਐਕਸਕਿਊਟਡ ਇਨ 1967 ਐਂਡ 1977 AD। ਸੋ ਇਹ 1976 ਤੇ 77 ਦੇ ਵਿੱਚ ਜਿਹੜੀ ਖੋਜੀ ਗਈ ਸੀ। ਤਾਂ ਅੰਟਲਸ, ਬ੍ਰਿਕਸ ਐਂਡ ਟੋਇਸ ਮੇਡ ਬਾਈ ਕਲੇ ਐਂਡ ਐਕਸਟਰਾ found here. It seems that Harappa civilization and Rohira civilization had been extension the same time. ਸੋ ਰੋਹੀੜਾ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਇਹਦੀ ਖੁਦਾਈ ਜਿਹੜੀ ਸੀਗੀ ਜਿਹਦੀ ਸ਼ੁਰੂਆਤ ਖੋਜਣ ਦੀ ਜਿਹੜੀ ਹੋਈ ਹੈ ਉਹ 1976-77 ਦੇ ਵਿੱਚ ਹੋਈ ਹੈ। ਇੱਥੋਂ ਬਰਤਨ ਵੀ ਮਿਲੇ ਹੈ, ਇੱਟਾਂ ਵੀ ਮਿਲੀਆਂ ਨੇ ਅਤੇ ਮਿੱਟੀ ਦੇ ਬਣੇ ਹੋਏ ਜਿਹੜੇ ਕੁਛ ਖਿਡੌਣੇ ਵੀ ਇਸ ਸਥਾਨ ਦੇ ਉੱਪਰੋਂ ਪ੍ਰਾਪਤ ਹੋਏ ਨੇ। ਔਰ ਇਹ ਮੰਨਿਆ ਜਾਂਦਾ ਹੈ ਕਿ ਹੜੱਪਾ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ ਜਿਹੜੀਆਂ ਉਹ ਨਾਲ ਚੱਲਦੀਆਂ ਰਹੀਆਂ, ਦੋਨੋਂ ਇੱਕੋ ਸਮੇਂ 'ਤੇ ਹੀ ਵਿਕਸਿਤ ਹੋਈਆਂ ਨੇਗੀਆਂ, ਹੜੱਪਾ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ। ਸੋ ਇਸ ਕਰਕੇ ਇਹ ਸਵਾਲ ਵੀ ਆ ਜਾਂਦਾ ਹੈ ਕਈ ਵਾਰ ਕਿ ਕਿਹੜੀਆਂ ਸੱਭਿਅਤਾਵਾਂ ਹੜੱਪਾ ਸੱਭਿਅਤਾ ਦੇ ਵਿੱਚ ਇਕੱਠੀਆਂ ਜਿਹੜੀਆਂ ਵਿਕਸਿਤ ਹੋਈਆਂ ਨੇ। ਤਾਂ ਰੋਹੀੜਾ ਅਤੇ ਹੜੱਪਾ ਜਿਹੜੇ ਸਥਾਨ ਨੇ ਦੋਨੋਂ ਇੱਕੋ ਸਮੇਂ ਦੇ ਵਿੱਚੋਂ ਵਿਕਸਿਤ ਹੋਏ ਨੇ। ਨੈਕਸਟ ਆਉਂਦਾ ਸੁਨੇਤ। ਸੁਨੇਤ is situated in district Ludhiana. It was excavated in 1983-84 AD. The remains found here give us good information about the last period of Harappa civilization. ਸੁਨੇਤ ਜਿਹੜਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ। 1983-84 ਦੇ ਵਿੱਚ ਇਸ ਦੀ ਖੁਦਾਈ ਜਿਹੜੀ ਸ਼ੁਰੂ ਕੀਤੀ ਗਈ ਸੀ। ਇੱਥੋਂ ਪ੍ਰਾਪਤ ਹੋਈ ਜਿਹੜੀ ਚੀਜ਼ਾਂ ਨੇ ਜਾਂ ਕੁਝ ਹੋਰ ਵਸਤੂਆਂ ਜਿਹੜੀਆਂ ਪ੍ਰਾਪਤ ਹੋਈਆਂ ਨੇ ਉਹਨਾਂ ਤੋਂ ਸਾਨੂੰ ਹੜੱਪਾ ਸਿਵਲਾਈਜੇਸ਼ਨ ਦੇ ਜਿਹੜੇ ਲਾਸਟ ਪੀਰੀਅਡ ਨੇਗੇ, ਆਖਰੀ ਪੜਾਅ ਸੀਗਾ ਜਿਹੜਾ, ਉਸ ਬਾਰੇ ਆਖਰੀ ਕਾਲ ਬਾਰੇ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਹੈਗੀ ਹੈ। ਨੈਕਸਟ ਫੋਰਥ ਆ ਜਾਂਦਾ ਹੈ ਕੋਟਲਾ ਨਿਹੰਗਾਂ। ਇਟ ਇਜ਼ ਸਿਟੂਏਟਡ in district Ropar. It was discovered by Y.D. Sharma in 1953 and AD. The antlers, tools, seeds and ornaments found here are similar to Harappa cultures. ਸੋ ਕੋਟਲਾ ਨਿਹੰਗਾਂ ਜਿਹੜਾ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ, ਉਸ ਸਥਾਨ ਦੇ ਉੱਪਰ ਪਾਇਆ ਜਾਂਦਾ ਹੈ। ਇਹਦੀ ਜਿਹੜੀ ਖੁਦਾਈ ਹੈਗੀ ਹੈ 1953 ਦੇ ਵਿੱਚ Y.D. ਸ਼ਰਮਾ ਦੁਆਰਾ ਕਰਵਾਈ ਗਈ ਸੀਗੀ। ਔਰ ਇੱਥੋਂ ਬਹੁਤ ਸਾਰੇ ਬਰਤਨ ਹੋ ਗਏ, ਹਥਿਆਰ ਹੋ ਗਏ, ਮੋਹਰਾਂ ਹੋ ਗਈਆਂ ਅਤੇ ਗਹਿਣੇ ਜਿਹੜੇ ਉਹ ਹੜੱਪਾ ਸੱਭਿਅਤਾ ਦੇ ਸੱਭਿਆਚਾਰ ਨਾਲ ਮਿਲਦੇ ਜੁਲਦੇ ਸੀ ਜਿਹੜੇ ਉਹ ਪਾਏ ਗਏ ਸੀ। ਨੈਕਸਟ ਆਉਂਦਾ ਬਣਾਵਾਲੀ।
It is situated in Hishiyar district of Haryana. It was excavated by R.S. Bisset in 1973. The tools, sheets, ornaments, and statue found here are similar to those found in Harappa. Important information about places like Rakhigarhi, Mithals, Kunals, which fall in the Haryana state, can be gathered from the article and until found drawing excavated from this place. ਸੋ ਇਹ ਹਰਿਆਣਾ ਪ੍ਰਾਂਤ ਦੇ ਵਿੱਚ ਪੈ ਜਾਂਦਾ ਅਤੇ ਹੁਸ਼ਿਆਰ ਜ਼ਿਲ੍ਹੇ ਦੇ ਵਿੱਚ ਇਹ ਸਥਿਤ ਹੈ ਸਥਾਨ। ਇਹਦੀ ਖੁਦਾਈ ਜਿਹੜੀ 1973 ਦੇ ਵਿੱਚ R.S. ਬਿਸਟ ਦੁਆਰਾ ਕਰਵਾਈ ਸੀ। ਇੱਥੇ ਔਜ਼ਾਰ ਮਿਲੇ ਨੇ, ਹਥਿਆਰ ਮਿਲੇ ਨੇ, ਮੋਹਰਾਂ, ਗਹਿਣੇ ਅਤੇ ਮੂਰਤੀ ਜਿਹੜੀ ਉਹ ਹੜੱਪਾ ਸੱਭਿਅਤਾ ਦੇ ਨਾਲ ਮਿਲਦੀਆਂ ਜੁਲਦੀਆਂ ਇਸ ਸਥਾਨ ਦੇ ਉੱਪਰ ਪਾਈਆਂ ਗਈਆਂ ਨੇ। ਸੋ ਨੈਕਸਟ ਆਉਂਦਾ ਹੈ ਟਾਊਨ ਪਲਾਨ। ਹੜੱਪਾ ਸਿਵਲਾਈਜੇਸ਼ਨ ਜਿਹੜਾ ਉਹ ਟਾਊਨ ਪਲੈਨਿੰਗ ਜਾਂ ਟਾਊਨ ਦੀ ਸਭ ਤੋਂ ਵਿਕਸਿਤ ਸੱਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਕਿ ਜਾਣੀ ਕਿ ਸ਼ਹਿਰੀ ਜਿਹੜਾ ਕਰਨਾ ਸਭ ਤੋਂ ਵਧੀਆ ਅੱਜ ਤੱਕ ਦਾ ਵਿਸ਼ਵ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਤਾਂ ਉਹ ਹੜੱਪਾ ਸਿਵਲਾਈਜੇਸ਼ਨ ਦੇ ਵਿੱਚ ਮਿਲਿਆ ਪ੍ਰਾਚੀਨ ਸਮੇਂ ਦੇ ਵਿੱਚ। ਸੋ ਹੜੱਪਾ ਸਿਵਲਾਈਜੇਸ਼ਨ ਦਾ ਜਿਹੜਾ ਨਗਰ ਪਲਾਨ ਸੀ ਜਾਂ ਟਾਊਨ ਪਲੈਨਿੰਗ ਸੀਗੀ ਜਿਹੜੀ ਉਹ ਵੈਲ ਪਲੈਨਡ ਸਿਟੀ ਲਾਈਕ ਦੋਜ਼ ਆਫ ਮਾਡਰਨ ਟਾਈਮ ਆਰ ਇਜ਼ ਸਪੈਸ਼ਲ ਫੀਚਰ ਆਫ ਦਿਸ ਸਿਵਲਾਈਜੇਸ਼ਨ। ਸੋ ਜਿਹੜੀ ਹੜੱਪਾ ਸਿਵਲਾਈਜੇਸ਼ਨ ਦੀ ਟਾਊਨ ਪਲੈਨਿੰਗ ਸੀ ਉਹ ਵੈਲ ਪਲੈਨਡ ਸੀਗੀ, ਜਿਸ ਤਰ੍ਹਾਂ ਕਿ ਅੱਜ ਦੇ ਸਾਡੇ ਮਾਡਰਨ ਟਾਈਮ ਦੇ ਵਿੱਚ ਵੱਡੇ ਵੱਡੇ ਸ਼ਹਿਰ ਚੰਡੀਗੜ੍ਹ ਵਰਗੇ ਦੇਖਣ ਨੂੰ ਮਿਲਦੇ ਉਸ ਤਰੀਕੇ ਦੀ ਉਹ ਪਲੈਨਿੰਗ ਹੁੰਦੀ ਸੀਗੀ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਜਿਹੜਾ ਪਾਇਆ ਹੁੰਦਾ ਸੀਗਾ। The city was usually divided into two parts, the upper parts and the lower part। ਸੋ ਸਿਟੀ ਨੂੰ ਕੀ ਹੈਗਾ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਸੀਗਾ। ਇੱਕ ਨੂੰ ਭਾਗ ਨੂੰ ਉੱਪਰਲਾ ਭਾਗ ਸੀਗਾ ਔਰ ਦੂਸਰਾ ਕੀ ਹੈਗਾ ਨਿਚਲਾ ਭਾਗ ਸੀਗਾ। The fortified upper part contain the public buildings and the residential house of ruling classes। ਸੋ ਜਿਹੜਾ ਅੱਪਰ ਪਾਰਟ ਸੀਗਾ ਉੱਪਰਲਾ ਭਾਗ ਸੀ ਉਹਦੇ ਵਿੱਚ ਕਿਲ੍ਹੇਬੰਦੀ ਵਾਲਾ ਭਾਗ ਹੁੰਦਾ ਸੀਗਾ, ਠੀਕ ਹੈ। ਉਸ ਦੇ ਵਿੱਚ ਜਿਹੜੇ ਸਰਵਜਨਿਕ ਜਿਹੜੀਆਂ ਭਵਨ ਹੁੰਦੇ ਸੀਗੇ ਅਤੇ ਸ਼ਾਸਕਾਂ ਦੇ ਜਿਹੜੇ ਹਾਊਸ ਹੁੰਦੇ ਸੀਗੇ, ਰੈਜ਼ੀਡੈਂਸ਼ੀਅਲ ਹਾਊਸ ਹੁੰਦੀ ਸੀਗੀ ਜਿਹੜੇ ਕਿ ਰੂਲਿੰਗ ਕਲਾਸ ਹੁੰਦੀ ਸੀਗੀ। ਹੇਠਲੇ ਜਿਹੜਾ ਭਾਗ ਸੀਗਾ ਉਸ ਦੇ ਵਿੱਚ ਕੀ ਸੀਗਾ the lower towns was inhabited by common peoples। ਸੋ ਹੇਠਲਾ ਜਿਹੜਾ ਭਾਗ ਸੀਗਾ ਉਹ ਕਿਸ ਲਈ ਸੀਗਾ ਕਾਮਨ ਪੀਪਲ ਜਿਹੜੇ ਜਿਹੜਾ ਅੱਪਰ ਭਾਗ ਸੀ ਉਹ ਕੀ ਸੀਗਾ ਸਰਵਜਨਿਕ ਭਵਨ ਦੇ ਲਈ ਸੀ ਅਤੇ ਸ਼ਾਸਕਾਂ ਦੇ ਘਰਾਂ ਦੇ ਲਈ ਸੀਗਾ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਦੋ ਪਾਰਟਸ ਦੇ ਵਿੱਚ ਜਿਹੜੀ ਨਗਰ ਯੋਜਨਾ ਵਿਕਸਿਤ ਹੋਈ ਸੀਗੀ ਭਾਗਾਂ ਦੇ ਵਿੱਚ ਡਿਵਾਈਡ ਕੀਤੀ ਸੀ, ਇੱਕ ਅੱਪਰ ਇੱਕ ਲੋਅਰ। ਅੱਪਰ ਸੀਗੀ ਜਿਹਦੇ ਵਿੱਚ ਸਰਵਜਨਿਕ ਭਵਨ ਹੁੰਦੇ ਸੀ, ਸ਼ਾਸਕਾਂ ਦੇ ਘਰ ਹੁੰਦੇ ਸੀ, ਹੇਠਲੇ ਦੇ ਵਿੱਚ ਜਿਹੜੇ ਆਮ ਜਾਂ ਕਾਮਨ ਪੀਪਲ ਹੁੰਦੇ ਸੀਗੇ। The cities had wide and straight roads and streets that intersected at right angles। ਸੋ ਜਿਹੜੀ ਇੱਥੋਂ ਦੀਆਂ ਸਟਰੀਟ ਸੀਗੀਆਂ ਉਹ ਬਹੁਤ ਵਾਈਡ ਸੀਗੀਆਂ, ਸਟਰੇਟ ਸੀਗੀਆਂ, ਬਿਲਕੁਲ ਸਿੱਧੀਆਂ ਜਿਵੇਂ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਔਰ ਇੱਕ ਦੂਜੇ ਨੂੰ ਕੀ ਹੈ ਸਮਕੋਣ ਦੇ ਉੱਪਰ ਉਹ ਕੱਟਦੀਆਂ ਹੁੰਦੀਆਂ ਸੀਗੀਆਂ ਰਾਈਟ ਐਂਗਲ ਦੇ ਉੱਪਰ। ਇਸ ਤਰੀਕੇ ਦੇ ਨਾਲ ਜਿਵੇਂ ਸਾਨੂੰ ਚੰਡੀਗੜ੍ਹ ਦੀ ਜਿਹੜੀ ਪਲੈਨਿੰਗ ਮਿਲਦੀ ਆ ਉਸ ਤਰੀਕੇ ਦੇ ਨਾਲ ਇਹ ਪਲੈਨਿੰਗ ਕੀਤੀ ਹੋਈ ਸੀਗੀ। No house had their doors opening on the main roads। ਸੋ ਕਿਸੇ ਦਾ ਵੀ ਜਿਹੜਾ ਮੁੱਖ ਰਸਤੇ ਦੇ ਉੱਪਰ ਜਿਹੜਾ ਦਰਵਾਜ਼ਾ ਨਹੀਂ ਹੁੰਦਾ ਸੀ ਕਿਸੇ ਵੀ ਘਰ ਦਾ, ਯਾਨੀ ਕਿ ਮੇਨ ਰੋਡ ਦੇ ਉੱਪਰ ਜਿਹੜੇ ਦਰਵਾਜ਼ੇ ਨਹੀਂ ਖੋਲ੍ਹਦੇ ਹੁੰਦੇ ਸੀਗੇ। The drainage system of civilization, this civilization too was for advanced for its time। There were covered drains on both sides of streets that carried the dirty waters to an underground main drain leading outside the city। ਸੋ ਇੱਥੋਂ ਦਾ ਜਿਹੜਾ ਡਰੇਨੇਜ ਸਿਸਟਮ ਵੀ ਬਹੁਤ ਵਧੀਆ ਸੀਗਾ ਇਹਨਾਂ ਦਾ, ਰੋਡ ਦੇ ਨਾਲ ਨਾਲ ਬਹੁਤ ਐਡਵਾਂਸ ਤਰੀਕੇ ਦਾ ਸੀਗਾ, ਠੀਕ ਹੈ। ਔਰ ਇਹਨਾਂ ਨੇ ਜਿਹੜਾ ਸਟਰੀਟਸ ਦਾ ਜਿਹੜਾ ਪਾਣੀ ਜਾਂ ਘਰਾਂ ਦਾ ਜਿਹੜਾ ਗੰਦਾ ਪਾਣੀ ਹੁੰਦਾ ਸੀ ਉਸ ਨੂੰ ਕੀ ਹੈਗਾ ਸਟਰੀਟ ਦੀਆਂ ਜਿਹੜੀਆਂ ਨਾਲੀਆਂ ਸੀ ਉਹਨਾਂ ਨੂੰ ਢੱਕ ਕੇ ਰੱਖਿਆ ਹੋਇਆ ਸੀ ਅਤੇ ਉਹ ਨਾਲੀਆਂ ਸੀ ਜਿਹੜੀਆਂ ਉਹ ਪੂਰੇ ਸ਼ਹਿਰ ਤੋਂ ਬਾਹਰ ਜਾ ਕੇ ਇੱਕ ਸਥਾਨ ਦੇ ਉੱਪਰ ਡਿੱਗਦੀਆਂ ਸੀ ਤਾਂ ਜੋ ਸ਼ਹਿਰ ਦੇ ਵਿੱਚ ਗੰਦਗੀ ਜਿਹੜੀ ਪੋਲਿਊਸ਼ਨ ਹੈ ਜਿਹੜਾ ਉਹ ਨਾ ਫੈਲੇ। ਹਾਊਸ ਵਰ ਮੇਡ ਏ ਬੇਕਡ ਬ੍ਰਿਕਸ ਐਂਡ ਵੁੱਡਸ। ਸੋ ਮਕਾਨ ਜਿਹੜੇ ਉਹ ਪੱਕੀਆਂ ਇੱਟਾਂ ਦੇ ਬਣੇ ਹੋਏ ਸੀਗੇ, ਠੀਕ ਹੈ, ਔਰ ਲੱਕੜੀ ਦੇ ਬਣੇ ਹੋਏ ਸੀਗੇ। ਸਟੋਨ ਵਰ ਰੇਅਰਲੀ ਯੂਜ਼ਡ ਐਜ਼ ਬਿਲਡਿੰਗ ਮਟੀਰੀਅਲ। There were big house with several rooms and small house with on 1 or 2 rooms. Each house had its own kitchen and bathroom. Big houses were sometimes double stories and had a country yard and a well for water. The drains of houses were connected to underground drains and street। ਸੋ ਇੱਥੋਂ ਜਿਹੜੇ ਘਰ ਬਣਦੇ ਸੀ ਉਹ ਪੱਕੀਆਂ ਇੱਟਾਂ ਦੇ ਅਤੇ ਲੱਕੜੀ ਦੇ ਬਣਦੇ ਸੀਗੇ ਔਰ ਨਾਲ ਹੀ ਇਹਨਾਂ ਘਰਾਂ ਦੇ ਵਿੱਚ
ਸਟੋਨ ਦਾ ਬਹੁਤ ਘੱਟ ਇਸਤੇਮਾਲ ਕੀਤਾ ਜਾਂਦਾ ਸੀ। ਕਿਸੇ ਪ੍ਰਕਾਰ ਦਾ ਜਿਹੜਾ ਪੱਥਰ ਆ ਉਹ ਮਕਾਨ ਦੇ ਵਿੱਚ ਨਹੀਂ ਲਾਇਆ ਜਾਂਦਾ ਸੀਗਾ। ਘਰ ਜਿਹੜੇ ਉਹ ਵੱਡੇ ਵੱਡੇ ਹਾਊਸਿਸ ਦੇ ਵਿੱਚ ਬਣੇ ਹੋਏ ਸੀਗੇ, ਠੀਕ ਹੈ। ਹਰੇਕ ਘਰ ਦੇ ਵਿੱਚ ਇੱਕ ਜਾਂ ਦੋ ਜਿਹੜੇ ਕਮਰੇ ਹੁੰਦੇ ਸੀਗੇ, ਚਾਹੇ ਉਹ ਵੱਡਾ ਅਤੇ ਚਾਹੇ ਛੋਟਾ ਘਰ ਹੈਗਾ ਗਾ। ਹਰੇਕ ਮਕਾਨ ਦੇ ਵਿੱਚ ਇੱਕ ਰਸੋਈ ਦਾ ਜਿਹੜਾ ਪ੍ਰਬੰਧ ਹੁੰਦਾ ਸੀ ਐਂਡ ਬਾਥਰੂਮ ਦਾ ਜਿਹੜਾ ਪ੍ਰਬੰਧ ਹੁੰਦਾ ਸੀਗਾ, ਠੀਕ ਹੈ। ਕਈ ਵਾਰ 2 ਮੰਜ਼ਿਲਾਂ ਵਾਲੇ ਵੀ ਜਿਹੜੇ ਮਕਾਨ ਉਸ ਸਥਾਨ ਦੇ ਉੱਪਰੋਂ ਮਿਲੇ ਨੇਗੇ, ਡਬਲ ਸਟੋਰੀਜ਼ ਵੀ ਉੱਥੋਂ ਮਿਲੀਆਂ ਹੈਗੀਆਂ ਨੇਗੀਆਂ। ਇਹਨਾਂ ਦੇ ਵਿੱਚ ਇੱਕ ਵਿਹੜਾ ਵੀ ਹੁੰਦਾ ਸੀਗਾ, ਠੀਕ ਹੈ, ਇੱਕ ਕੰਟਰੀ ਯਾਰਡ ਹੁੰਦਾ ਸੀਗਾ ਐਂਡ ਇੱਕ ਜਿਹੜਾ ਖੂਹ ਹੁੰਦਾ ਸੀਗਾ ਪਾਣੀ ਦੇ ਲਈ। ਘਰ ਦੀਆਂ ਨਾਲੀਆਂ ਸੀਗੀਆਂ ਜਿਹੜੀਆਂ ਉਹ ਬਾਹਰਲੀਆਂ ਜਿਹੜੀਆਂ ਧਰਤੀ ਹੇਠਲੀਆਂ ਨਾਲੀਆਂ ਦੇ ਨਾਲ ਜੁੜੀਆਂ ਹੁੰਦੀਆਂ ਸੀ, ਜਿਹਦੇ ਨਾਲ ਪਾਣੀ ਜਿਹੜਾ ਉਹ ਅੰਡਰਗਰਾਊਂਡ ਹੀ ਜਾਂਦਾ ਸੀ ਅਤੇ ਪਿੰਡ ਤੋਂ ਬਾਹਰ ਚਲਾ ਜਾਂਦਾ ਸੀ, ਸ਼ਹਿਰ ਤੋਂ ਬਾਹਰ ਚਲਾ ਜਾਂਦਾ ਸੀ। Several public buildings of very large size have been found at various sites of Indus civilization. A large pillars hall has been discovered at Mohenjo-daro. It was probably used for public meeting or for some religious purpose. A big granary has been discovered at the Harappa. Lothal in Gujarat was a port city. It had a big and well-planned harbour. The most impressive building, the Great Bath at the Mohenjo-daro, made of water-tight bricks. It has a large stepper tank, which is 39 feet long and 23 feet broad and 8 feet deep. It was filled by water from nearby well, and there is a big drain to take out of the dirty water. There are rooms and gardens ਅਰਾਊਂਡ ਦਾ ਬਾਥ। ਸੋ ਹਰੱਪਾ ਸਿਵਲਾਈਜੇਸ਼ਨ ਦੇ ਵਿੱਚ ਜਿਹੜੇ ਸਾਨੂੰ ਸਰਵਜਨਿਕ ਭਵਨ ਜਿਹੜੇ ਦੇਖਣ ਨੂੰ ਮਿਲੇ ਨੇ, ਪਬਲਿਕ ਬਿਲਡਿੰਗਸ ਦੇਖਣ ਨੂੰ ਮਿਲੀਆਂ ਨੇਗੀਆਂ, ਠੀਕ ਆ, ਪ੍ਰਾਪਤ ਹੋਈਆਂ ਨੇ ਬਹੁਤ ਸਾਰੇ ਸਥਾਨਾਂ ਤੋਂ। ਸੋ ਇਹਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਖੰਭਿਆਂ ਵਾਲਾ ਭਵਨ ਆ ਉਹ ਹੜੱਪਾ ਦੇ ਮੋਹਨਜੋਦੜੋ ਦੇ ਸਥਾਨ ਤੋਂ ਮਿਲਿਆ ਹੈਗਾ ਗਾ, ਪਿਲਰਸ ਵਾਲਾ, ਲਾਰਜ ਪਿਲਰਸ ਵਾਲਾ, ਠੀਕ ਹੈ। ਸੋ ਸ਼ਾਇਦ ਇਸ ਦਾ ਇੱਕ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਿਹੜਾ ਇਹ ਸਥਾਨ ਪਿਲਰ ਜਿਹੜਾ ਮਿਲਿਆ ਹੈ ਵੱਡੇ ਏਰੀਏ ਦੇ ਵਿੱਚ, ਸੋ ਸ਼ਾਇਦ ਇਸ ਜਗ੍ਹਾ ਦੇ ਉੱਪਰ ਪਬਲਿਕ ਮੀਟਿੰਗਸ ਹੁੰਦੀਆਂ ਸੀਗੀਆਂ ਜਾਂ ਰਿਲੀਜੀਅਸ ਪਰਪਸ ਦੇ ਲਈ ਇਸ ਨੂੰ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀਗਾ। ਇਹ ਬਿਗ ਗ੍ਰੈਨਰੀ ਹੈਜ਼ ਬੀਨ ਡਿਸਕਵਰਡ ਇਟ ਹੜੱਪਾ। ਹੜੱਪਾ ਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਅਨਾਜ ਘਰ ਦੇਖਣ ਨੂੰ ਮਿਲਿਆ ਹੈ, ਗੋਦਾਮ ਦੇਖਣ ਨੂੰ ਮਿਲਿਆ ਹੈ, ਜਿੱਥੇ ਕਿ ਭੋਜਨ ਖਾਣ ਵਾਲੀਆਂ ਜਿਹੜੀਆਂ ਸਮਾਨ ਸੀ, ਗੋਦਾਮ ਸੀਗਾ, ਉਸ 'ਤੇ ਸੰਭਾਲ ਕੇ ਰੱਖਿਆ ਜਾਂਦਾ ਸੀਗਾ, ਅਨਾਜ ਘਰ ਜਿਹਨੂੰ ਕਹਿੰਦੇ ਆ। ਗੁਜਰਾਤ ਦੇ ਵਿੱਚ ਇੱਕ ਸਾਨੂੰ ਲੋਥਲ ਦੇ ਸਥਾਨ ਦੇ ਉੱਪਰ ਕੀ ਮਿਲਿਆ ਹੈ, ਪੋਰਟ ਸਿਟੀ ਮਿਲੀ ਹੈਗੀ, ਜਾਣੀ ਕਿ ਇੱਕ ਬੰਦਰਗਾਹ ਮਿਲੀ ਹੈਗੀ। ਇਸ ਦੇ ਵਿੱਚ ਇੱਕ ਵੱਡਾ ਅਤੇ ਯੋਜਨਾਬੰਦ ਬੰਦਰਗਾਹ ਜਿਹੜਾ ਜਹਾਜ਼ ਖੜ੍ਹਨ ਦਾ ਇੱਕ ਵਿਹੜਾ ਵੀ ਪ੍ਰਾਪਤ ਸੀਗਾ, ਜਾਣੀ ਕਿ ਜਹਾਜ਼ ਇੱਥੇ ਬਹੁਤ ਵੱਡਾ ਜਿਹੜਾ ਖੜ੍ਹਾਇਆ ਜਾ ਸਕਦਾ ਸੀਗਾ, ਜਿਹੜਾ ਕਿ ਵਾਟਰ ਦੇ ਵਿੱਚ ਚੱਲਦਾ ਹੈਗਾ। ਮੋਹਨਜੋਦੜੋ ਦਾ ਇੱਕ ਵੱਡਾ ਇਸ਼ਨਾਨ ਘਰ ਵੀ ਜਿਹੜਾ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈਗਾ ਗਾ, ਗ੍ਰੇਟ ਬਾਥ ਦੇ ਨਾਮ ਨਾਲ ਮੋਹਨਜੋਦੜੋ ਦੇ ਵਿੱਚ। ਸੋ ਇਹ ਕੀ ਹੈਗਾ ਗਾ, ਜਿਹੜੀਆਂ ਇੱਟਾਂ ਸੀ ਉਹਦੇ ਨਾਲ ਟਾਈਟ ਕਰਕੇ ਜਿਹੜਾ ਬਣਾਇਆ ਗਿਆ ਸੀਗਾ, ਤਾਂ ਜੋ ਜਿਹੜਾ ਪਾਣੀ ਹੈਗਾ ਉਹ ਬਾਹਰ ਨਾ ਜਾ ਸਕੇ। ਪੱਕੀਆਂ ਇੱਟਾਂ ਦਾ ਜਿਹੜਾ ਇਹ ਬਣਿਆ ਹੁੰਦਾ ਸੀਗਾ। ਸੋ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਕਿੰਨੇ ਮੀਟਰ ਚੌੜਾ ਸੀ ਜਾਂ ਕਿੰਨੇ ਮੀਟਰ ਜਿਹੜਾ ਫੁੱਟ ਜਿਹੜਾ ਲੰਬਾ ਸੀਗਾ। ਸੋ ਮੋਹਨਜੋਦੜੋ ਦੇ ਵਿੱਚ ਜਿਹੜਾ ਬਾਥਰੂਮ ਮਿਲਿਆ ਹੈਗਾ ਗਾ, ਸੋ ਉਹ 39 ਫੁੱਟ ਜਿਹੜਾ ਲੰਬਾ ਸੀਗਾ ਔਰ 23 ਫੁੱਟ ਜਿਹੜਾ ਚੌੜਾ ਸੀਗਾ ਅਤੇ 8 ਫੁੱਟ ਜਿਹੜਾ ਉਹ ਡੂੰਘਾ ਸੀਗਾ। ਸੋ ਇਹ ਜਿਹੜੇ ਅਲੱਗ ਸਥਾਨਾਂ ਦੇ ਉੱਪਰ ਖੂਹ ਲੱਗੇ ਸੀ ਉਹਨਾਂ ਦੇ ਦੁਆਰਾ ਜਿਹੜਾ ਭਰਿਆ ਜਾਂਦਾ ਸੀ ਅਤੇ ਪਾਣੀ ਜਿਹੜਾ ਉਹ ਦੀਵਾਰਾਂ ਦੇ ਅੰਦਰ ਨਹੀਂ ਜਾਂਦਾ ਸੀਗਾ। ਨੇੜੇ ਦੇ ਖੂਹ ਦੇ ਵਿੱਚ ਇਸ ਨੂੰ ਪਾਣੀ ਭਰ ਕੇ ਇਹਨੂੰ ਫੁੱਲ ਕੀਤਾ ਜਾਂਦਾ ਸੀ ਅਤੇ ਜਿਹੜਾ ਗੰਦਾ ਪਾਣੀ ਹੁੰਦਾ ਸੀਗਾ ਉਸ ਨੂੰ ਇੱਕ ਨਾਲੇ ਦੇ ਥਰੂ ਕੀ ਹੈ ਬਾਹਰ ਕੱਢਿਆ ਜਾਂਦਾ ਸੀਗਾ। ਇਸ਼ਨਾਨ ਘਰ ਦੇ ਜਿਹੜੇ ਚਾਰੇ ਪਾਸੇ ਜਿਹੜੇ ਕਮਰੇ ਦੇ ਬਰਾਂਡੇ ਬਣੇ ਹੋਏ ਸੀ ਤਾਂ ਜੋ ਬੰਦਾ ਜਿਹੜਾ ਆਪਣੇ ਕੱਪੜੇ ਚੇਂਜ ਵਗੈਰਾ ਕਰ ਸਕਦਾ ਸੀ। ਸੋ ਇੱਕ ਫੋਟੋ ਹੈਗੀ ਗ੍ਰੇਟ ਬਾਥ ਆਫ ਮੋਹਨਜੋਦੜੋ। ਸੋ ਇਸ ਦੇ ਵਿੱਚ ਸਾਰਾ ਕੁਛ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਵਧੀਆ ਤਰੀਕੇ ਨਾਲ, ਕਿੰਨੇ ਵਧੀਆ ਪਲੈਨਡ ਤਰੀਕੇ ਨਾਲ ਇਹ ਬਣਿਆ ਹੋਇਆ ਸੀ। ਨੈਕਸਟ ਹੈ ਸੋਸ਼ਲ ਲਾਈਫ। ਹੜੱਪਾ ਸੱਭਿਅਤਾ ਦੀ ਜਿਹੜੀ ਸੋਸ਼ਲ ਲਾਈਫ ਉਹ ਕਿਸ ਤਰ੍ਹਾਂ ਦੀ ਸੀ। As an urban civilization, it had a highly developed society. Wheat, barley, rice, pulses, fruit, vegetables, and milk formed the main items of food. So, ਹੜੱਪਾ ਸੱਭਿਅਤਾ ਜਿਹੜੀ ਇੱਕ ਬਹੁਤ ਹੀ ਵਿਕਸਿਤ ਨਗਰੀ ਸੱਭਿਅਤਾ ਸੀਗੀ, ਸ਼ਹਿਰੀ ਸੱਭਿਅਤਾ ਸੀਗੀ। ਉਹਦਾ ਸਮਾਜ ਵੀ ਬਹੁਤ ਵਿਕਸਿਤ ਸੀਗਾ, ਵੈਰੀ ਡਿਵੈਲਪਮੈਂਟ ਸੀਗਾ। ਸੋ ਇੱਥੋਂ ਦੇ ਲੋਕ ਜਿਹੜੇ ਉਹ ਕਣਕ ਹੋ ਗਈ, ਜਵਾਰ ਹੋ ਗਈ, ਚੌਲ ਹੋ ਗਏ, ਦਾਲਾਂ ਹੋ ਗਈਆਂ, ਠੀਕ ਹੈ, ਫਲ ਹੋ ਗਏ ਅਤੇ ਦੁੱਧ ਹੋ ਗਿਆ, ਠੀਕ ਹੈ, ਉਹਨਾਂ ਨੂੰ ਖਾ ਕੇ ਜਿਹੜਾ ਆਪਣਾ ਉਹ ਗੁਜ਼ਾਰਾ ਕਰਦੇ ਸੀਗੇ। ਨੋਨ ਵੈਜੀਟੇਬਲਸ ਫੂਡ ਵਾਜ਼ ਆਲਸੋ ਈਟਨ। ਸੋ ਬਹੁਤ ਸਾਰੇ ਜਿਹੜੇ ਇੱਥੇ ਮਾਸਾਹਾਰੀ ਲੋਕ ਵੀ ਸੀ ਜਿਹੜੇ ਮਾਸਾਹਾਰੀ ਭੋਜਨ ਖਾਂਦੇ ਸੀ। ਡਿਸਕਵਰੀ ਆਫ ਫਿਸ਼ ਹੁਕਸ ਇੰਡੀਕੇਟ ਦ ਫੋਰ ਦੈਟ ਫਿਸ਼ ਫਾਰਮਡ ਇਨ ਆਈਟਮਸ ਆਫ ਡਾਈਟ। ਸੋ ਇੱਥੇ
ਇੰਡੀਕੇਟ ਕੀਤਾ ਜਾਂਦਾ ਹੈਗਾ ਕਿ ਕਿਸ ਸਥਾਨ ਦੇ ਉੱਪਰ ਜਿਹੜਾ ਫਿਸ਼ ਹੁੱਕ ਜਿਹੜੀ ਕਿ ਕੁੰਡੀ ਅਸੀਂ ਫੜਦੇ ਹਾਂ ਜਿਹਦੇ ਨਾਲ ਮੱਛੀਆਂ, ਉਹ ਮਿਲੀ ਹੈ, ਜਿਸ ਤੋਂ ਪਤਾ ਲੱਗਦਾ ਕਿ ਇੱਥੋਂ ਦੇ ਲੋਕਾਂ ਦਾ ਮੁੱਖ ਭੋਜਨ ਦੇ ਵਿੱਚ ਮੱਛੀ ਦਾ ਵੀ ਇੱਕ ਰੋਲ ਸੀਗਾ। ਮੱਛੀ ਦਾ ਭੋਜਨ ਵੀ ਜਿਹੜਾ ਖਾਇਆ ਜਾਂਦਾ ਸੀ। ਬੂਥ ਕਾਟਨ ਐਂਡ ਵੂਲਨ ਕਲੌਥਸ ਵਰ ਵਰਨ ਬਾਈ ਦਾ ਪੀਪਲ। ਸੋ ਇੱਥੋਂ ਦੇ ਜਿਹੜੇ ਲੋਕ ਹੁੰਦੇ ਸੀ ਉਹ ਸੂਤੀ ਅਤੇ ਊਨੀ ਦੋਵੇਂ ਤਰ੍ਹਾਂ ਦੇ ਜਿਹੜੇ ਕੱਪੜੇ ਪਹਿਨਦੇ ਸੀਗੇ, ਅਤੇ ਇਸਤਰੀਆਂ ਜਿਹੜਾ ਉਹ ਘੱਗਰਾ ਅਤੇ ਚੋਲੀਆਂ ਜਿਹੜੀਆਂ ਉਹ ਪਹਿਨਦੀਆਂ ਸੀਗੀਆਂ। The ladies wore a long skirt and blouse, and men wrapped a shawl over their left shoulder and under right arm. Both men's and women's were fond of jewelry and other fashions. Rich people used gold, silver, and precious stone, while the poor people made their jewelry out of wool, terracotta, and semi-precious beads. Women wore bangles, necklaces, and earrings, etc., and men wore bracelets, earrings, and pendants. Women dressed their hair in various beautiful styles and used lipstick, colorings, and other cosmetics. Men kept beards. Some were clean shaven also. Some men wore a band around their heads. So ਇੱਥੋਂ ਦੇ ਜਿਹੜੇ ਲੋਕ ਸੀਗੀਆਂ, ਇਸਤਰੀਆਂ ਸੀਗੀਆਂ ਕਿ ਉਹ ਦੋਨੋਂ ਤਰ੍ਹਾਂ ਦੇ ਕੱਪੜੇ ਪਹਿਨਦੇ ਸੀ, ਸੂਤੀ ਅਤੇ ਊਨੀ, ਅਤੇ ਇਸਤਰੀਆਂ ਜਿਹੜੇ ਘੱਗਰਾ ਅਤੇ ਝੋਲੀ ਪਹਿਨਦੀਆਂ ਸੀਗੀਆਂ, ਜਦੋਂ ਕਿ ਮਰਦ ਸੀਗੇ ਜਿਹੜੇ ਧੋਤੀ ਅਤੇ ਉੱਪਰਲੇ ਭਾਗ ਦੇ ਵਿੱਚ ਇੱਕ ਸ਼ਾਲ ਜਿਹੜਾ ਲਪੇਟਦੇ ਹੁੰਦੇ ਸੀ, ਜੋ ਕਿ ਖੱਬੇ ਮੋਢੇ ਦੇ ਉੱਪਰ ਅਤੇ ਸੱਜੀ ਬਾਂਹ ਦੇ ਹੇਠਾਂ ਲਪੇਟਿਆ ਜਾਂਦਾ ਸੀਗਾ। ਮਰਦ ਅਤੇ ਇਸਤਰੀ ਦੋਵੇਂ ਹੀ ਗਹਿਣਿਆਂ ਅਤੇ ਫੈਸ਼ਨ ਦੇ ਜਿਹੜੇ ਸ਼ੌਕੀਨ ਹੁੰਦੇ ਸੀਗੇ। ਇਸ ਸਮੇਂ ਦੇ ਵਿੱਚ ਅਮੀਰ ਲੋਕ ਜਿਹੜੇ ਹੁੰਦੇ ਸੀ ਉਹ ਸੋਨਾ ਅਤੇ ਚਾਂਦੀ ਦੇ ਕੀਮਤੀ ਪੱਥਰਾਂ ਦੇ ਜਿਹੜੇ ਗਹਿਣੇ ਬਣਾ ਕੇ ਆਪਣੇ ਸ਼ਿੰਗਾਰ ਦੇ ਲਈ ਪਹਿਨਦੇ ਸੀਗੇ, ਸ਼ਿੰਗਾਰ ਕਰਨ ਦੇ ਲਈ, ਜਦ ਕਿ ਜਿਹੜੇ ਗਰੀਬ ਲੋਕ ਹੁੰਦੇ ਸੀ ਉਹ ਆਪਣੀਆਂ ਹੱਡੀਆਂ ਅਤੇ ਜਿਹੜੀਆਂ ਪੱਕੀ ਹੋਈ ਇੱਟਾਂ ਜਾਂ ਪੱਕੀ ਹੋਈ ਮਿੱਟੀ ਜਾਂ ਮਣਕਿਆਂ ਦੇ ਬਣੇ ਹੋਏ ਜਿਹੜੇ ਗਹਿਣੇ ਸੀਗੇ ਉਹਨਾਂ ਨੂੰ ਪਹਿਨਦੇ ਸੀਗੇ। ਇਸ ਤਰ੍ਹਾਂ ਚੂੜੀਆਂ, ਹਾਰ, ਬਾਲੀਆਂ ਆਦਿ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਜਿਹੜਾ ਉਹਨਾਂ ਦੇ ਲਈ ਹੁੰਦਾ ਸੀ ਉਸ ਨੂੰ ਉਹ ਪਹਿਨਦੀਆਂ ਸੀਗੀਆਂ। ਮਰਦ ਕੜੇ ਪਾਉਂਦੇ ਸੀਗੇ, ਕੈਂਠੇ ਅਤੇ ਕਪਾਲੀਆਂ ਪਹਿਨਦੇ ਸੀਗੇ। ਇਸਤਰੀਆਂ ਆਪਣੇ ਵਾਲਾਂ ਨੂੰ ਸੁੰਦਰ ਕਰਨ ਦੇ ਲਈ ਵਧੀਆ ਤਰੀਕੇ ਦੇ ਨਾਲ ਸੰਵਾਰਦੀਆਂ ਸੀ, ਵਧੀਆ ਤਰੀਕੇ ਨਾਲ ਬੁੱਲ੍ਹਾਂ ਦੇ ਉੱਪਰ ਲਾਲੀ ਅਤੇ ਅੱਖਾਂ ਦੇ ਵਿੱਚ ਸੁਰਮਾ, ਹੋਰ ਸ਼ਿੰਗਾਰ ਵਗੈਰਾ ਕਰਦੀਆਂ ਸੀ। ਮਰਦ ਦਾੜੀ ਵੀ ਰੱਖਦੇ ਹੁੰਦੇ ਸੀ, ਬਹੁਤ ਸਾਰੀ ਦਾੜੀ ਦੇ ਬਿਨਾਂ ਵੀ ਹੁੰਦੇ ਸੀ। ਕੁਝ ਮਰਦ ਮੱਥੇ 'ਤੇ ਇੱਕ ਪੱਟੀ ਵੀ ਪਾਉਂਦੇ ਹੁੰਦੇ ਸੀਗੇ। ਸੋ ਇਹ ਜਵੈਲਰੀਜ਼ ਆ ਉਸ ਸਮੇਂ ਦੇ ਵਿੱਚ ਜੋ ਉਹਨਾਂ ਦੁਆਰਾ ਵਰਤੀ ਜਾਂਦੀ ਸੀਗੀ। People perform on both indoor and outdoor games, dancing, playing of dice, chess, hunting, racing, etc. were favorite pastimes. They also made toys like animal figures, cards, and other things of terracotta. ਸੋ ਲੋਕ ਜਿਹੜੇ ਖੇਡਾਂ ਦੇ ਸ਼ੌਕੀਨ ਸੀਗੇ, ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਸੀ, ਜਿਵੇਂ ਨੱਚਣਾ ਹੋ ਗਿਆ, ਜੂਆ ਖੇਡਣਾ ਹੋ ਗਿਆ, ਚਪੋਟ ਹੋ ਗਿਆ, ਸ਼ਿਕਾਰ ਹੋ ਗਿਆ, ਦੌੜ ਕਰਨਾ। ਇਹ ਸਾਰੇ ਉਸ ਸਮੇਂ ਦੇ ਵਿੱਚ ਬਹੁਤ ਹੀ ਹਰਮਨ ਪਿਆਰੇ ਉਹਨਾਂ ਦੇ ਜਿਹੜੇ ਖੇਡ ਦੇ ਸਾਧਨ ਹੁੰਦੇ ਸੀ, ਜਿਹੜੇ ਮਨੋਰੰਜਨ ਦੇ ਲਈ ਹੁੰਦੇ ਸੀ। ਉਹਨਾਂ ਨੇ ਪੱਕੀ ਮਿੱਟੀ ਦੀ ਤਰ੍ਹਾਂ ਦੇ ਜਿਹੜੇ ਖਿਡੌਣੇ ਹੁੰਦੇ ਸੀਗੇ, ਜਿਵੇਂ ਕਿ ਜਾਨਵਰਾਂ ਦੀਆਂ ਮੂਰਤੀਆਂ ਹੋ ਗਈਆਂ, ਬੈਲ ਗੱਡੀਆਂ ਹੋ ਗਈਆਂ ਆਦਿ ਬਣਾ ਕੇ ਵੀ ਉਸ ਸਮੇਂ ਦੇ ਵਿੱਚ ਜਿਹੜੇ ਲੋਕ ਜਾਂ ਬੱਚੇ ਉਹ ਖੇਡਦੇ ਹੁੰਦੇ ਸੀਗੇ। ਨੈਕਸਟ ਹੈ ਇਕਨੋਮਿਕ ਲਾਈਫ, ਯਾਨੀ ਕਿ ਆਰਥਿਕ ਲਾਈਫ ਜਿਹੜੀ ਉਹ ਕਿਸ ਤਰ੍ਹਾਂ ਦੀ ਸੀਗੀ। ਐਗਰੀਕਲਚਰ ਐਂਡ ਕੈਟਲ ਰੀਅਰਿੰਗ ਅਪੀਅਰ ਟੂ ਬੀ the main profession of the people. Various grains, vegetables, and cotton were grown. The remains of Pluggers field from Kalibanga indicate that the method of agriculture was much like that of modern times. Sheep, goat, buffalo, camels, elephants, horse, and dogs were domestics. ਸੋ ਇਸ ਕਾਲ ਦੇ ਵਿੱਚ ਜਿਹੜਾ ਖੇਤੀਬਾੜੀ ਅਤੇ ਪਸ਼ੂ ਪਾਲਣ ਜਿਹੜਾ ਮੁੱਖ ਕਿੱਤਾ ਹੁੰਦਾ ਸੀਗਾ, ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਅਨਾਜ, ਸਬਜ਼ੀਆਂ ਅਤੇ ਕਪਾਹ ਜਿਹੜੇ ਇਸ ਸਥਾਨ ਦੇ ਉੱਪਰ ਉਗਾਏ ਜਾਂਦੇ ਸੀ। ਇਹਨਾਂ ਦੇ ਬਹੁਤ ਸਾਰੇ ਵਿਸ਼ੇਸ਼ ਜਿਹੜੇ ਅਲੱਗ ਅਲੱਗ ਸਥਾਨਾਂ ਦੇ ਵਿੱਚੋਂ ਮਿਲੇ ਨੇਗੇ। ਔਰ ਯੂਨਾਨੀ ਜਿਹੜੇ ਲੋਕ ਸੀਗੇ ਉਹਨਾਂ ਨੇ ਕਪਾਹ ਦੀ ਜਿਹੜੀ ਜਾਣਕਾਰੀ ਉਹ ਭਾਰਤ ਤੋਂ ਪ੍ਰਾਪਤ ਕੀਤੀ ਸੀ। ਸੋ ਇਹ ਪੁਆਇੰਟ ਬਹੁਤ ਹੀ ਇੰਪੋਰਟੈਂਟ ਹੈ, ਇਸ ਨੂੰ ਜ਼ਰੂਰ ਤੁਸੀਂ ਯਾਦ ਰੱਖਿਓ ਕਿ ਜਿਹੜੇ ਯੂਨਾਨੀ ਲੋਕ ਸੀ ਉਹਨਾਂ ਨੇ ਕਪਾਹ ਦੀ ਜਾਣਕਾਰੀ ਜਿਹੜੀ ਉਹ ਭਾਰਤੀਆਂ ਤੋਂ ਪ੍ਰਾਪਤ ਕੀਤੀ ਸੀਗੀ। ਵਾਹੀ ਕੀਤੇ ਹੋਏ ਖੇਤਾਂ ਦੇ ਅਵਸ਼ੇਸ਼ ਜਿਹੜੇ ਉਹ ਕਾਲੀਬੰਗਾ ਤੋਂ ਪ੍ਰਾਪਤ ਹੋਏ ਨੇਗੇ, ਜਿੱਥੇ ਪਤਾ ਲੱਗਦਾ ਹੈ ਕਿ ਉਹ ਵਾਹੀ ਜਿਹੜੀ ਕਰਦੇ ਹੁੰਦੇ ਸੀਗੇ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਖੇਤੀਬਾੜੀ ਦਾ ਜਿਹੜਾ ਢੰਗ ਉਹ ਅੱਜ ਕੱਲ੍ਹ ਵਰਗਾ ਹੀ ਉਹਨਾਂ ਕੋਲ ਹੁੰਦਾ ਸੀਗਾ। ਉਸ ਸਮੇਂ ਭੇਡਾਂ, ਬੱਕਰੀਆਂ, ਬਲਦ ਅਤੇ ਮੱਝਾਂ ਹੋ ਗਈਆਂ, ਊਠ ਹੋ ਗਏ, ਹਾਥੀ ਹੋ ਗਏ, ਘੋੜੇ ਹੋ ਗਏ ਅਤੇ ਕੁੱਤੇ ਵੀ ਉਹਨਾਂ ਦੇ ਦੁਆਰਾ ਜਿਹੜੇ ਪਾਲੇ ਜਾਂਦੇ ਸੀ, ਜਿਹਦੇ ਨਾਲ ਕੀ ਹੈਗਾ ਉਹ ਆਪਣਾ ਗੁਜ਼ਾਰਾ ਕਰਦੇ ਸੀਗੇ। The Greek learnt the knowledge of the cotton from Indian.
ਸੋ ਇਹ ਜ਼ਰੂਰ ਧਿਆਨ ਰੱਖਿਓ ਕਿ ਜਨਾਨੀਆਂ ਨੇ ਜਿਹੜੀ ਨੌਲੇਜ ਲੈਤੀ ਹੈ ਕਾਟਨ ਦੀ ਉਹ ਇੰਡੀਅਨ ਤੋਂ ਲੈਤੀ ਹੈਗੀ। Several articles of daily requirement like pottery, households, goods of copper and other materials such as spindles, walls, needles, fish hooks, weight, jewelries of gold, silver and stone, terracotta article, weapons like axes, daggers, spears and many other things were manufactured। ਸੋ ਤਾਂਬੇ ਦੀਆਂ ਵਸਤਾਂ ਹੋ ਗਈਆਂ, ਜਿਵੇਂ ਤੱਕਲੇ ਹੋ ਗਏ, ਸੂਈਆਂ ਹੋ ਗਈਆਂ, ਮੱਛੀਆਂ ਫੜਨ ਵਾਲੇ ਕਾਂਟੇ ਹੋ ਗਏ, ਤੋਲਣ ਵਾਲੇ ਬੱਟੇ ਹੋ ਗਏ, ਸੋਨਾ, ਚਾਂਦੀ, ਪੱਥਰ ਦੇ ਗਹਿਣੇ, ਮਿੱਟੀ ਅਤੇ ਮਿੱਟੀ ਦੀਆਂ ਪੱਕੀ ਮਿੱਟੀ ਦੀਆਂ ਵਸਤੂਆਂ, ਹਥਿਆਰ ਜਿਵੇਂ ਕਿ ਕੁਹਾੜੀਆਂ ਹੋ ਗਈਆਂ, ਬਰਛੇ ਹੋ ਗਏ, ਭਾਲੇ ਹੋ ਗਏ, ਚਾਕੂ ਹੋ ਗਏ, ਹੋਰ ਕਈ ਵਸਤਾਂ ਜਿਹੜੀਆਂ ਉਹਨਾਂ ਦੁਆਰਾ ਬਣਾਈਆਂ ਜਾਂਦੀਆਂ ਸੀ ਅਲੱਗ-ਅਲੱਗ ਚੀਜ਼ਾਂ ਦੇ ਉੱਪਰੋਂ। ਉਹਨਾਂ ਦੇ ਲਈ ਉਹ ਤਾਂਬੇ ਦਾ ਇਸਤੇਮਾਲ ਕਰਦੇ ਸੀ। ਦੇਸ਼ ਦੇ ਵਿੱਚ ਅਤੇ ਵਿਦੇਸ਼ਾਂ ਦੇ ਵਿੱਚ ਜਿਵੇਂ ਕਿ ਮੈਸੋਪੋਟਾਮੀਆ ਦੇ ਨਾਲ ਉਹਨਾਂ ਦਾ ਜਿਹੜਾ ਵਪਾਰ ਹੁੰਦਾ ਸੀਗਾ। Trade was carried on within the country and also made with foreign lands like Mesopotamia. Some seals made of satite and terracotta have been discovered that have the picture of boats and ships on them। ਸੋ ਪੱਕੀ ਮਿੱਟੀ ਦੇ ਉਹਨਾਂ ਦੇ ਦੁਆਰਾ ਕੀ ਹੈਗਾ, ਪੱਕੀ ਮਿੱਟੀ ਦੇ ਕੂਲੇ ਚਿਕਣੇ ਪੱਥਰਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਕੁਝ ਮੁਦਰਾਵਾਂ ਉਸ ਸਥਾਨ ਦੇ ਵਿੱਚੋਂ ਮਿਲੀਆਂ ਨੇ, ਜਿਨ੍ਹਾਂ 'ਤੇ ਕਿਸ਼ਤੀਆਂ ਅਤੇ ਜਹਾਜ਼ਾਂ ਦੇ ਜਿਹੜੇ ਚਿੱਤਰ ਉਹ ਬਣੇ ਹੋਏ ਨੇ। ਅਤੇ ਉਹਨਾਂ ਦਾ ਜਿਹੜਾ ਵਪਾਰ ਸੀਗਾ ਹੜੱਪਾ ਸਿਵਲਾਈਜੇਸ਼ਨ ਦਾ, ਠੀਕ ਹੈ, ਉਹ ਫੋਰਨ ਟਰੇਡ ਦੇ ਨਾਲ ਸੀਗਾ, ਜਾਣੀ ਕਿ ਬਹੁਤ ਸਾਰੀਆਂ ਫੋਰਨ ਜਿਹੜੀਆਂ ਕੰਟਰੀਆਂ ਸੀ ਉਹਨਾਂ ਦੇ ਨਾਲ ਸੀਗਾ। ਮੈਸੋਪੋਟਾਮੀਆ ਦੇ ਨਾਲ ਉਹਨਾਂ ਦਾ ਵਪਾਰ ਹੁੰਦਾ ਰਿਹਾ ਹੈਗਾ, ਠੀਕ ਹੈ, ਹੜੱਪਾ ਸਿਵਲਾਈਜੇਸ਼ਨ ਦਾ। ਔਰ ਤਾਂਬੇ ਦਾ ਉਹ ਸਾਰਾ ਤਕਰੀਬਨ ਇਸਤੇਮਾਲ ਕਰਦੇ ਸੀ, ਬਟ ਆਇਰਨ ਬਾਰੇ ਉਹਨਾਂ ਨੂੰ ਜਿਹੜੀ ਕੋਈ ਜਾਣਕਾਰੀ ਨਹੀਂ ਸੀ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ, ਹੜੱਪਾ ਸਭਿਅਤਾ ਦੇ ਵਿੱਚ ਆਇਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਕੋਲ। ਨੈਕਸਟ ਆ ਜਾਂਦਾ ਹੈਗਾ ਰਿਲੀਜਨ। ਸੋ ਧਰਮ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ, ਕਿਸ ਚੀਜ਼ ਨੂੰ ਉਹ ਮੰਨਦੇ ਸੀ, ਕਿਹੜੇ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਸੀ। The female terracotta figures discovered from various sites of the coast, the Indus civilization, indicate that the people worshipped mother gods। ਸੋ ਸਿੰਧੂ ਘਾਟੀ ਦੀ ਸੱਭਿਅਤਾ ਜਿਹੜੇ ਵੱਖ-ਵੱਖ ਸਥਾਨਾਂ ਤੋਂ ਪ੍ਰਾਪਤ ਹੋਈਆਂ ਪੱਕੀ ਮਿੱਟੀ ਦੀਆਂ ਮੂਰਤੀਆਂ ਤੋਂ ਪਤਾ ਲੱਗਦਾ ਕਿ ਉੱਥੋਂ ਦੇ ਲੋਕ ਜਿਹੜੇ ਹੁੰਦੇ ਸੀਗੇ ਉਹ ਮਦਰ ਗੋਡਸ ਨੂੰ ਪੂਜਦੇ ਸੀ, ਮਾਤਾ ਦੇਵੀ ਦੀ ਜਿਹੜੀ ਉਹ ਪੂਜਾ ਕਰਦੇ ਹੁੰਦੇ ਸੀਗੇ। ਅਲੱਗ-ਅਲੱਗ ਸਥਾਨਾਂ ਤੋਂ ਇਹ ਜਿਹੜੀਆਂ ਮਿਲੀਆਂ ਨੇ ਫੋਟੋਆਂ ਨੂੰ। Some seals wearing the picture of Shiongi like man meditation, the surrounding by various animals have been found। He is named Pashupati, that another name is god Shiva। He was also worshipped in the form of Shivaling, and the picture of wolf found on some seals indicate that too was worshipped। Tree worship was also popular. The people tree was considered sacred। ਸੋ ਮਾਤਾ ਦੇਵੀ ਦੀ ਉਹ ਪੂਜਾ ਕਰਦੇ ਹੁੰਦੇ ਸੀਗੇ, ਠੀਕ ਹੈ। ਔਰ ਕੁਝ ਮੁਦਰਾਵਾਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੋਗੀ ਵਾਲੀ ਜਿਹੜੀ ਮੁਦਰੀ ਸਾਨੂੰ ਉੱਥੋਂ ਮਿਲੀ ਹੈਗੀ, ਠੀਕ ਹੈ, ਜਾਣੀ ਕਿ ਮੁਦਰਾਵਾਂ ਜਾਣੀ ਕਿ ਮਨੀ ਸਿੱਕੇ ਜਿਹੜੇ ਅਸੀਂ ਕਹਿੰਦੇ ਉਹਨਾਂ ਨੂੰ ਮਿਲ ਗਏ ਨੇ। ਉਹਨਾਂ ਦੇ ਵਿੱਚੋਂ ਯੋਗੀ ਦੀ ਇੱਕ ਜਿਹੜੀ ਫੋਟੋ ਮਿਲੀ ਹੈਗੀ ਹੈ ਜਿਹਦੇ ਵਿੱਚ ਉਹ ਮਨੁੱਖ ਜਿਹੜਾ ਉਹ ਮੈਡੀਟੇਸ਼ਨ ਕਰ ਰਿਹਾ ਹੈ, ਤਪੱਸਿਆ ਕਰ ਰਿਹਾ ਹੈਗਾ ਅਤੇ ਜਾਨਵਰਾਂ ਦੇ ਨਾਲ ਉਹ ਘਿਰਿਆ ਹੋਇਆ ਵੀ ਦਿਖਾਈ ਦਿੰਦਾ ਹੈਗਾ ਗਾ, ਸਰਾਊਂਡਿੰਗ ਬਾਈ ਵੇਰੀਅਸ ਐਨੀਮਲਸ, ਠੀਕ ਹੈ। ਅਤੇ ਉਸੇ ਨੂੰ ਹੀ ਸ਼ਾਇਦ ਪਸ਼ੂਪਤੀ ਦਾ ਜਿਹੜਾ ਉਹਨਾਂ ਨੇ ਨਾਮ ਦਿੱਤਾ ਹੋਇਆ ਸੀਗਾ ਕਿ ਇਹ ਪਸ਼ੂਪਤੀ ਹੈ। ਔਰ ਇੱਕ ਹੋਰ ਨਾਮ ਦੇ ਨਾਲ ਵੀ ਜਾਣਿਆ ਸੀ ਜਿਹਨੂੰ ਕਿ ਗੋਡ ਸ਼ਿਵਾ ਦੇ ਨਾਮ ਜਾਣਿਆ, ਭਗਵਾਨ ਸ਼ਿਵ ਦੇ ਨਾਮ ਜਾਣਿਆ ਸੀ। ਸ਼ਿਵ ਦੀ ਜਿਹੜੀ ਪੂਜਾ ਉਹ ਸ਼ਿਵਲਿੰਗ ਦੇ ਰੂਪ ਦੇ ਵਿੱਚ ਉਸ ਸਮੇਂ ਕੀਤੀ ਜਾਂਦੀ ਹੁੰਦੀ ਸੀਗੀ। ਕੁਝ ਮਨੀ ਜਾਂ ਹੈਗੀਆਂ ਮੁਦਰਾਵਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਬਲਦਾਂ ਦੇ ਜਿਹੜੇ ਚਿੱਤਰ ਮਿਲੇ ਨੇ, ਸ਼ਾਇਦ ਉਸ ਸਮੇਂ ਬਲਦਾਂ ਦੀ ਵੀ ਜਿਹੜੀ ਪੂਜਾ ਕੀਤੀ ਜਾਂਦੀ ਸੀ। ਉਸ ਸਮੇਂ ਦਰਖਤਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਮੇਨ ਦਰਖਤ ਸੀ ਜਿਹਦੀ ਪੂਜਾ ਕੀਤੀ ਜਾਂਦੀ ਸੀ ਉਹ ਪਿੱਪਲ ਦਾ ਸੀਗਾ, ਜਿਸ ਦੀ ਸਭ ਤੋਂ ਵੱਧ ਪੂਜਾ ਕੀਤੀ ਸੀ। ਅਤੇ ਸ਼ਿਵਲਿੰਗ ਸੀਗਾ ਐਂਡ ਮਦਰ ਗੋਡਸ ਸੀ, ਯਾਨੀ ਕਿ ਮਾਤਾ ਦੇਵੀ ਸੀ, ਇਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਮੇਨ ਰਿਲੀਜੀਅਸ ਸੀਗੇ। ਸੋ ਇਹ ਗੋਡਿਸ ਫਾਊਂਡ ਦਾ ਮੋਹਨਜੋਦਾਰੋ ਦੇ ਵਿੱਚ ਇਹ ਮਾਤਾ ਦੇਵੀ ਦੀ ਫੋਟੋ ਮੂਰਤੀ ਮਿਲੀ ਹੈ। Next in the art and knowledge of writing. Various types of arts were highly developed during this period. Toys made of terracotta and statues of stones and metal have been found. A bronze statue of dancing girl discovered from Mohenjo-daro is very beautiful. A stone had a breeches or some sweeps with the beard and a headband and male trousseau that had
Movable limbs are other goods examples. Carts that could be pulled with a strong string, monkey that could climb, or travels down on a stick, and other such toys were made in large number. ਸੋ ਇਸ ਕਾਲ ਦੇ ਵਿੱਚ ਜੇ ਗੱਲ ਕਰੀਏ ਆਰਟ ਐਂਡ ਨੌਲੇਜ ਦੀ, ਤਾਂ ਉਹ ਪੂਰਨ ਰੂਪ ਦੇ ਉੱਪਰ ਵਿਕਸਿਤ ਸੀਗਾ, ਆਪਣੀਆਂ ਕਲਾਵਾਂ ਦੇ ਵਿੱਚ ਵੈਲ ਡਿਵੈਲਪਮੈਂਟ ਸੀਗਾ। ਠੀਕ ਹੈ, ਪੱਕੀ ਮਿੱਟੀ ਦੇ ਜਿਹੜੇ ਖਿਡੌਣੇ ਉਹ ਬਣਾਉਂਦੇ ਸੀਗੇ, ਪੱਥਰਾਂ 'ਤੇ ਹੋ ਗਏ ਧਾਤਾਂ ਦੀਆਂ ਜਿਹੜੀਆਂ ਮੂਰਤੀਆਂ ਉਹਨਾਂ ਦੁਆਰਾ ਅਲੱਗ-ਅਲੱਗ ਸਮੇਂ ਦੇ ਵਿੱਚ ਬਣਾਈਆਂ ਗਈਆਂ ਨੇਗੀਆਂ। ਟੋਇਸ ਜਿਹੜੇ ਹੁੰਦੇ ਸੀਗੇ ਸਟੋਨ ਦੇ ਬਣਾਏ ਜਾਂਦੇ ਸੀਗੇ, ਮੈਟਲਸ ਦੇ ਜਿਹੜੇ ਬਣਾਏ ਜਾਂਦੇ ਸੀਗੇ। ਮੋਹਨਜੋਦੜੋ ਤੋਂ ਇੱਕ ਕਾਂਸੇ ਦੀ ਜਿਹੜੀ ਨਿਰਤਕੀ ਦੀ ਮੂਰਤੀ ਆ ਉਹ ਪ੍ਰਾਪਤ ਹੋਈ ਹੈਗੀ। ਬਰੋਜਨ ਸਟੈਚੂ ਜਿਹੜੀ ਮਿਲੀ ਹੈਗੀ। ਸੋ ਇਹ ਬਹੁਤ ਹੀ ਅੱਛੀ ਜਿਹੜੀ ਸਟੈਚੂ ਹੈਗਾ। ਇੱਕ ਪੁਜਾਰੀ ਜਾਂ ਕਿਸੇ ਰਾਜੇ ਦਾ ਪੱਥਰ ਬਣਿਆ ਹੋਇਆ ਹੈਗਾ। ਠੀਕ ਹੈ, ਔਰ ਸਿਰ 'ਤੇ ਬਣਿਆ ਹੋਇਆ ਸਿਰ ਹੈਗਾ, ਜਿਸ ਦੇ ਵਿੱਚ ਉਸਦੀ ਦਾੜੀ ਵੀ ਜਿਹੜੀ ਉਹ ਦਿਖਾਈ ਜਾਂਦੀ ਹੈਗੀ। ਅਤੇ ਸਿਰ ਉੱਪਰ ਇੱਕ ਪੱਟੀ ਬੰਨੀ ਹੋਈ ਹੈ। ਇੱਕ ਮਰਦ ਦਾ ਧੜ ਮਿਲਿਆ ਹੈ, ਜਿਸ ਵਿੱਚ ਹੱਥ ਪੈਰ ਵੀ ਚੱਲਦੇ ਹੈਗੇ ਨੇਗੇ, ਉਸਦੇ ਮੂਵੇਬਲ ਲਿੰਬਸ ਹੈਗੇ ਨੇਗੇ। ਠੀਕ ਹੈ, ਔਰ ਕਲਾ ਦੀਆਂ ਜਿਹੜੀਆਂ ਸੁੰਦਰ ਉਦਾਹਰਨਾਂ ਇਸ ਸਥਾਨ ਉੱਪਰ ਬਹੁਤ ਸਾਰੀਆਂ ਹੋਰ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਧਾਗੇ ਨਾਲ ਖਿੱਚੀਆਂ ਜਾਣ ਵਾਲੀਆਂ ਮਿੱਟੀ ਦੀਆਂ ਗੱਡੀਆਂ ਮਿਲਦੀਆਂ ਨੇ। ਸੋਟੀ ਉੱਤੇ ਉੱਪਰ ਹੇਠਾਂ ਜਾਣ ਵਾਲਾ ਜਿਹੜਾ ਬਾਂਦਰ ਆ ਉਸ ਸਮੇਂ ਦੇ ਵਿੱਚ ਬਣਾਇਆ ਹੋਇਆ ਦੇਖਣ ਨੂੰ ਮਿਲਦਾ ਹੈਗਾ, ਜਿਹੜਾ ਕਿ ਅਸੀਂ ਬਚਪਨ ਦੇ ਵਿੱਚ ਦੇਖ ਰਹੇ ਹਾਂ। ਹੋਰ ਖਿਡੌਣੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਮਿਲਦੇ ਸੀਗੇ। ਸੋ ਇਹ ਐਬਰੋਜਨ ਸਟੈਚੂ ਆਫ ਡਾਂਸਿੰਗ ਗਰਲ ਫਰੋਮ ਮੋਹਨਜੋਦੜੋ ਮਿਲੀ ਹੈਗੀ। ਔਰ ਇਹ ਸਟੋਨ ਵਿਦ ਹੈਡ ਇਹ ਪ੍ਰੀਸ਼ੀਅਸ। ਸੋ ਇੱਕ ਰਾਜੇ ਦਾ ਜਿਹੜਾ ਸਿਰ ਹੈਗਾ, ਇਸ ਦੀ ਦਾੜੀ ਵੀ ਉਸ ਦੇ ਵਿੱਚ ਦਿਖਾਈ ਆ। ਉਹ ਕਿੰਨਾ ਵਧੀਆ ਜਿਹੜੀ ਇਹਨਾਂ ਨੇ ਕਲਾ ਦਿਖਾਈ ਹੋਈ ਆ। A very special features of this sculpture was seals made of soft stone called stenitate. They depict various animals like humped bulls, elephants, unicorn, bisons, etc. on them. Some seals have the picture of Prasupati Shiva and others show a people trees on them. Some inscriptions are engraved on top of these seals in pictographic spirit. This script has not been read so far, but it indicates that the Harappa peoples had knowledge of writing. ਸੋ ਇਸ ਸੱਭਿਅਤਾ ਦੀ ਇੱਕ ਵਿਸ਼ੇਸ਼ਤਾ ਜਿਹੜੀ ਉਹ ਸਿਲਖੜੀ ਦੇ ਨਰਮ ਪੱਥਰਾਂ ਤੋਂ ਬਣੀਆਂ ਹੋਈਆਂ ਮੁਦਰਾਵਾਂ ਤੋਂ ਹੈਗੀ। ਇਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਜਾਨਵਰ ਨੇ, ਜਿਨ੍ਹਾਂ ਦੀਆਂ ਉਹਨਾਂ ਦੇ ਉੱਪਰ ਪਿਕਚਰਸ ਫੋਟੋਆਂ ਜਿਹੜੀਆਂ ਜਾਂ ਚਿੱਤਰ ਬਣਾਏ ਹੋਏ ਨੇਗੇ। ਜਿਵੇਂ ਕਿ ਅਸੀਂ ਗੱਲ ਕਰੀਏ ਕੁੱਬਾ ਹੋਇਆ ਬਲਦ, ਹਾਥੀ ਹੋ ਗਿਆ, ਇੱਕ ਸਿੰਗ ਵਾਲਾ ਪਸ਼ੂ ਹੋ ਗਿਆ, ਵਿਸ਼ਨਸ ਯਾਨੀ ਕਿ ਸਾਂਢ ਹੋ ਗਿਆ। ਕੁਝ ਮੁਦਰਾਵਾਂ ਦੇ ਉੱਪਰ ਪਸ਼ੂਪਤੀ ਦੀਆਂ ਜਿਹੜੀਆਂ ਪਿਕਚਰਸ ਵੀ ਹੈਗੀਆਂ ਨੇਗੀਆਂ। ਔਰ ਕਈਆਂ ਦੇ ਉੱਪਰ ਕੀ ਹੈਗਾ, ਪਿੱਪਲ ਦਾ ਜਿਹੜੇ ਦਰਖਤ ਹੈ ਉਹ ਵੀ ਬਣਾਇਆ ਹੋਇਆ ਹੈਗਾ। ਠੀਕ ਹੈ, ਸੋ ਇਹਨਾਂ ਮੁਦਰਾਂ ਦੇ ਉੱਪਰ ਜਿਹੜੇ ਲਿਪੀ ਦੇ ਲੇਖ ਵੀ ਲਿਖੇ ਹੋਏ ਨੇ, ਚਿੱਤਰ ਅਤੇ ਦੋਨੋਂ ਬਣਾਈਆਂ ਹੋਈਆਂ ਨੇ, ਇੰਸਟਰਕਸ਼ਨ ਵੀ ਨੇਗੇ। ਇਹ ਲਿਪੀ ਹੁਣ ਤੱਕ ਪੜ੍ਹੀ ਨਹੀਂ ਜਾ ਸਕੀ, ਪਰੰਤੂ ਇਸ ਤੋਂ ਸਾਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਜਿਹੜੇ ਹੜੱਪਾ ਸਿਵਲਾਈਜੇਸ਼ਨ ਸੀਗੀ ਉਹ ਲਿਖਣ ਅਤੇ ਪੜ੍ਹਨ ਦੋਨਾਂ ਤੋਂ ਹੀ ਜਾਣਕਾਰ ਸੀਗੀ। ਇਸ ਕਰਕੇ ਹੀ ਉਹਨਾਂ ਨੇ ਇਸ ਲੈਂਗੁਏਜ ਨੂੰ ਜਿਹੜਾ ਡਿਵੈਲਪਮੈਂਟ ਕੀਤਾ ਸੀ। ਬਟ ਅਸੀਂ ਅੱਜ ਤੱਕ ਇਸ ਲੈਂਗੁਏਜ ਨੂੰ ਰੀਡ ਨਹੀਂ ਕਰ ਸਕੇ। ਜੇਕਰ ਅਸੀਂ ਇਸ ਨੂੰ ਰੀਡ ਕਰ ਲਈਏ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਜਿਹੜੀ ਉਹਨਾਂ ਤੋਂ ਮਿਲ ਸਕਦੀ ਹੈ, ਜੋ ਕਿ ਉਸ ਸਮੇਂ ਦੇ ਵਿੱਚ ਹੁੰਦੀ ਸੀ। ਸੋ ਇਹ ਸੀਲ ਹੈਗਾ, ਯਾਨੀ ਕਿ ਸਿੱਕਾ ਹੈਗਾ। ਮੋਹਨਜੋਦੜੋ ਦੇ ਉੱਪਰ ਮੁਦਰਾ ਮਿਲੀ ਹੈਗੀ, ਜਿਸ ਦੇ ਵਿੱਚ ਪਸ਼ੂਪਤੀ ਸ਼ਿਵਾ ਦੀ ਮੂਰਤੀ ਬਣੀ ਹੋਈ ਹੈ। ਡਿਕਲਾਈਨ ਆਫ ਦਾ ਇੰਡਸ ਸਿਵਲਾਈਜੇਸ਼ਨ। ਸੋ ਸਿੱਧ ਘਾਟੀ ਦੀ ਜਿਹੜੀ ਸੱਭਿਅਤਾ ਦਾ ਉਹ ਪਤਨ ਕਿਵੇਂ ਹੋਇਆ ਹੈਗਾ। At one time, scholars believed that the Indus civilization had come to end due to the inventions of Aryan from foreign lands. ਸੋ ਇੱਕ ਸਕਾਲਰਸ ਦੇ ਅਕੋਰਡਿੰਗ ਇਹ ਮੰਨਿਆ ਜਾਂਦਾ, ਪੁਰਾਣੇ ਸਮੇਂ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀਗਾ ਕਿ ਸਿੱਧੂ ਘਾਟੀ ਦੀ ਸੱਭਿਅਤਾ ਜਿਹੜਾ ਪਤਨ ਆ ਉਹ ਆਰੀਆ ਦੇ ਹਮਲਿਆਂ ਦੇ ਕਾਰਨ ਹੋਇਆ ਸੀਗਾ। But this view has no evidence to support and it is now discarded. ਸੋ ਇਹ ਜਿਹੜਾ ਸਬੂਤ ਸੀਗਾ ਕਿ ਆਰੀਅਨਾਂ ਨੇ ਜਿਹੜਾ ਵਾਰ ਹਮਲੇ ਸੀ ਜਿਹਦੇ ਕਰਕੇ ਸਿਵਲਾਈਜੇਸ਼ਨ ਖਤਮ ਹੋ ਗਈ ਸੀ, ਇਹਦਾ ਕੋਈ ਸਬੂਤ ਨਹੀਂ ਹੈਗਾ ਅਤੇ ਕਿਸੇ ਦੇ ਵੱਲੋਂ ਵੀ ਇਸ ਨੂੰ ਜਿਹੜੀ ਸਬੂਤ ਨਹੀਂ ਮਿਲੇਗੀ ਹੋਰ ਵਿਦਵਾਨਾਂ ਦੁਆਰਾ। It is possible that continued floods in the Indus and tributary were one of the causes of declines. It seems that drying
up of river Saraswati about 1900 BC also forced people of this region migrated eastward to Gangetic Plain. We find that about 1500 BC this civilization came to an end. ਸੋ ਇੱਕ ਵਿਸ਼ਵਾਸ ਸੀ ਕਿ ਆਰੀਆਂ ਦੁਆਰਾ ਜਿਹੜਾ ਹਮਲੇ ਦੇ ਕਾਰਨ ਕੀ ਹੈਗਾ ਗਾ, ਇਹ ਸੱਭਿਅਤਾ ਖਤਮ ਹੋ ਗਈ ਸੀ, ਬਟ ਇਸ ਦਾ ਕੋਈ ਸਬੂਤ ਨਹੀਂ ਸੀ, ਇਸ ਕਰਕੇ ਇਸ ਨੂੰ ਜਿਹੜਾ ਖਾਰਜ ਕਰ ਦਿੱਤਾ ਸੀ। ਔਰ ਇਹ ਵੀ ਸੰਭਵ ਹੈ ਕਿ ਸਿੰਧ ਘਾਟੀ ਦੀ ਜਿਹੜੀ ਨਦੀ ਸਿੱਧੂ ਨਦੀ ਸੀਗੀ ਜਿਹੜੀ, ਅਤੇ ਉਸ ਦੀਆਂ ਜਿਹੜੀਆਂ ਸਹਾਇਕ ਨਦੀਆਂ ਸੀਗੀਆਂ, ਠੀਕ ਹੈ, ਜਿਸ ਦੇ ਕਾਰਨ ਕੀ ਹੈ ਲਗਾਤਾਰ ਜਿਹੜੇ ਫਲੱਡਸ ਆਉਂਦੇ ਰਹੇ ਨੇ, ਜਿਹਦੇ ਕਰਕੇ ਜਿਹੜੀ ਇੰਡਸ ਸਿਵਲਾਈਜੇਸ਼ਨ ਹੈਗੀ ਉਸ 'ਤੇ ਕੀ ਹੋ ਗਿਆ, ਪਤਨ ਹੋ ਗਿਆ ਸੀਗਾ, ਡਿਕਲਾਈਨ ਹੋ ਗਿਆ ਸੀਗਾ। ਅਜਿਹਾ ਵੀ ਲੱਗਦਾ ਹੈ ਕਿ 1900 ਈਸਵੀ ਪੂਰਵ ਦੇ ਲਗਭਗ ਸਰਸਵਤੀ ਨਦੀ ਦੇ ਜਿਹੜੇ ਸੁੱਕ ਜਾਣ ਦੇ ਨਾਲ ਲੋਕਾਂ ਨੂੰ ਜਿਹੜਾ ਪੂਰਬ ਵੱਲ ਗੰਗਾ ਦੇ ਮੈਦਾਨਾਂ ਵੱਲ ਜਾਣਾ ਪਿਆ ਸੀਗਾ, ਠੀਕ ਹੈ, ਜਿਸ ਕਰਕੇ ਲਗਭਗ 1500 ਦੇ ਵਿੱਚ ਕੀ ਹੈਗਾ ਗਾ, 1500 ਦੇ ਵਿੱਚ ਇਹ ਸਿਵਲਾਈਜੇਸ਼ਨ ਬਿਲਕੁਲ ਖਤਮ ਹੋ ਗਈ ਸੀਗੀ, ਅਤੇ ਲੋਕ ਜਿਹੜੇ ਸਰਸਵਤੀ ਨਦੀ ਦੇ ਸੁੱਕ ਜਾਣ ਕਰਕੇ 1900 BC ਦੇ ਵਿੱਚ ਉਹ ਮਾਈਗ੍ਰੇਟ ਹੋ ਗਏ ਸੀ ਈਸਟਵਰਡ ਵੱਲ, ਗੰਗੇਟਿਕ ਪਲਾਨ ਦੇ ਵੱਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਡਸ ਸਿਵਲਾਈਜੇਸ਼ਨ ਬਾਰੇ ਸੀਗਾ, ਸੋ ਬਹੁਤ ਹੀ ਇੰਪੋਰਟੈਂਟ ਸੀਗਾ, ਕਾਫੀ ਕੁਛ ਸਿੱਖਣ ਨੂੰ ਮਿਲ ਸਕਦਾ ਹੈ ਤੁਹਾਨੂੰ। ਸੋ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਜੋ ਤੁਹਾਡੀ ਸਪੋਰਟ ਜਿਹੜੀ ਸਾਨੂੰ ਵੱਧ ਤੋਂ ਵੱਧ ਮਿਲ ਸਕੇ। ਅਤੇ ਨਾਲ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ, ਕਿਸੇ ਪ੍ਰਕਾਰ ਦੀ ਸੁਜੈਸ਼ਨ ਦੀ ਲੋੜ ਹੈ, ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਉਹ ਦਿਓ। ਥੈਂਕ ਯੂ ਵੈਰੀ ਮੱਚ।